अवले अल्लाह नूर उपाया कुदरत के सब बंदे एक नूर दे सब जग उपजा कौन भले को मंदे। सो नगर भागी बंदर ਦੇ ਹੀ ਇੱਕ ਦੂਸਰੇ ਪਰਿਵਾਰ ਦੇ ਕੋਲ ਅਸੀਂ ਆਏ ਹਾਂ ਜੀ। ਇੱਥੋਂ ਦਾ ਹਰਜਿੰਦਰ ਸਿੰਘ ਜਿੰਦੂ ਜੋ ਕਿ करीब 29 साल उम्र ते उन्होंने घर पहुँचे हैं इस वक्त। किसानी संघर्ष के लेके उसकी जिंद लगी ते खास तौर पर नवे साल के मौके पर 1 जनवरी को दिल्ली तो वापस आउंदियां पिछों ट्रेन तो आके ते अगों अपनी बाइक लैके आ रहा सी ते धुंध ज़्यादा होने करके ट्राली दे विच वजन करके उसकी डैथ हो गई। सो उसके परिवार के कोल इस वक्त असी पहुँचे हैं। बहुत ही थोड़ी जमीन वाला परिवार है, 7 कनाल के करीब जमीन है। तो ये तस्वीर है जी उसकी, सो असी देख सकते हैं। हाँ सरदार जी की नाम जी तुहाडा? ਲਾਭ ਸਿੰਘ ਜੀ। हाँ जी। तो की घटना वापरी सी जी? कदों गए सीगे मोर्चे ते कदों गए सी? ਇਹ ਜੀ 6-7 ਦਿਨ ਲਾਇਆ ਸੀਗੀ। अच्छा 6-7 दिन। ਹਾਂਜੀ ਉਹ ਤੁਰਨ ਲੱਗਿਆ ਨੇ ਵੀ ਉਦੋਂ ਫੋਨ ਕਰਿਆ ਨਹੀਂ, ਕਹਿੰਦਾ ਮੈਂ ਪਾਪਾ ਟ੍ਰੇਨ ਤੇ ਆਉਣਾ। अच्छा ਤੇ ਇਹ ਮੋਟਰਸਾਈਕਲ ਦਾ ਬਠਿੰਡੇ ਖੜਾ ਸੀਗਾ ਅੱਛਾ ਜੀ। ਜੀ। ਉੱਥੋਂ ਆਉਂਦਾ ਸੀਗਾ ਜੀ, ਦੂਜੇ ਮੁੰਡੇ ਤਾਂ ਇਹਦੇ ਨਾਲੋਂ ਬਸ ਤੇ ਆ ਗਏ। अच्छा ਇਹ ਪਹਿਲਾਂ ਬਠਿੰਡੇ ਰਹਿੰਦਾ ਹੁੰਦਾ ਸੀਗਾ ਜੀ, ਪੀਜੀ ਖੋਲੀ ਸੀ, ਉਹ ਲਾਕਡਾਊਨ 'ਚ ਹੋ ਗਈ ਸੀ ਬੰਦ ਜੀ। अच्छा अच्छा। ਤੇ ਉਦੋਂ ਬਾਅਦ ਇਹ ਉੱਥੇ ਆਪਦਾ ਅੱਡੇ 'ਚ ਚੱਕ ਕੇ ਇੱਥੇ ਆਉਂਦਾ ਸੀਗਾ ਜੀ। ਸਾਨੂੰ ਤਾਂ ਇੱਥੇ ਬਾਅਦ 'ਚ ਦੱਸਿਆ, ਪਿੰਡ 'ਚ ਵੱਲਾਂ ਬੰਦਿਆਂ ਨੂੰ ਪਤਾ ਲੱਗ ਗਿਆ ਜੀ ਇੱਥੇ ਮੁੰਡਾ ਆਪਣਾ ਮੈਡੀਕਲ ਤੇ ਰਹਿੰਦਾ। अच्छा अच्छा। ਉਹਨੂੰ ਪਤਾ ਲੱਗ ਗਿਆ, ਉਹਨੇ ਸਾਨੂੰ ਤਾਂ ਤੜਕੇ ਦੱਸਿਆ। ਛੋਟੇ ਮੁੰਡੇ ਨੂੰ ਲੈ ਗਈ ਸੀਗੀ ਜੀ ਰਾਤ ਨੂੰ। अच्छा। ਆ ਫਿਰ ਸਾਨੂੰ ਤਾਂ ਉਦੋਂ ਬਾਈ ਲੱਗਿਆ ਵੀ ਹੈ ਨਹੀਂ ਮੁੰਡਾ ਆਪਣਾ। ਤੇ ਉਹ ਪਹਿਲੀ ਵਾਰੀ ਉਦੋਂ ਮੋਰਚੇ ਤੇ ਗਏ ਸੀ ਕਿ ਪਹਿਲਾਂ ਵੀ ਗੇੜਾ ਲਾ ਨਾ ਕੇ? ਜੀ ਪਹਿਲੀ ਵਾਰੀ ਗਏ ਸੀ। ਪਹਿਲੀ ਵਾਰੀ ਗਏ ਸੀ। ਤੇ ਖੇਤੀ ਕਿ ਵਾਈ ਕਿੰਨੀ ਕੁ ਆਪਣੀ ਜੀ? ਬਾਈ ਦੇ 7 ਕਨਾਲਾਂ ਹੀ ਜੀ, ਇਸੇ ਠੇਕੇ ਤੇ ਲੈਂਦੇ ਸੀਗੀ। ਟੋਕੀ ਕਰੀ ਸੀਗੀ ਪਹਿਲਾਂ, ਤਾਂ ਕਰੀ ਨਹੀਂ ਸੀਗੀ ਜੀ। ਅੱਛਾ। ਹਾਂਜੀ ਇਸੇ ਨਹੀਂ ਕਰੀ ਸੀ ਟੋਕੀ। ਅੱਛਾ ਜੀ। ਪਹਿਲਾਂ ਇਹ ਸੁਦਾ ਕੇਂਦਰ ਚ ਲੱਗਿਆ ਸੀਗਾ ਜੀ। ਸੁਦਾ ਕੇਂਦਰ ਚੋਂ ਹਟ ਗਿਆ ਸੀਗਾ ਜੀ। ਅੱਛਾ। ਹਾਂਜੀ ਫਿਰ ਇਹ ਮੇਰੇ ਨਾਲ ਖੇਤੀ ਕਰਾਉਣ ਲੱਗ ਗਿਆ ਸੀਗਾ ਜੀ। ਅੱਛਾ ਜੀ। ਤੇ ਦੂਸਰਾ ਭਰਾ ਛੋਟਾ ਇਹਦੇ ਤੋਂ? ਹਾਂਜੀ ਉਹ ਆਪਣੇ ਆ ਲੱਗਿਆ ਜੀ ਸਿਲੰਡਰ ਵਾਲੀ ਕੰਪਨੀ 'ਚ ਜੀ। ਅੱਛਾ ਜੀ। ਲੇਬਰ ਤੋਂ ਉੱਤੇ ਹੀ ਕੰਮ ਕਰਦਾ ਹੈ। ਸੋ ਆਪਾਂ ਦੇਖ ਸਕਦੇ ਹਾਂ ਕਿ ਬੜਾ ਸੰਘਰਸ਼ ਨਹੀਂ, ਪਰਿਵਾਰ ਥੋੜੀ ਜ਼ਮੀਨ ਵਾਲੇ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਣਾ ਗੁਜ਼ਰਾਨ ਕਰਨ ਦੇ ਵਾਸਤੇ ਕੋਸ਼ਿਸ਼ਾਂ ਚਾਰਾ ਜੋਈਆਂ ਰਹੀਆਂ। ਇੱਕ ਹੋਰ ਗੱਲ ਜਿਹੜੀ ਇਸ ਕੇਸ ਚੋਂ ਸਾਡੇ ਸਾਹਮਣੇ ਆਈ ਕਿ ਕਰੋਨਾ ਦੇ ਕਰਕੇ ਕਈ ਸਾਰੇ ਜਿਹੜੇ ਕਾਰੋਬਾਰ ਲੋਕਾਂ ਨੇ ਸ਼ੁਰੂ ਕੀਤੇ ਸੀ ਉਹ ਵੀ ਠੱਪ ਹੋ ਗਏ। ਸੋ ਮੈਂ ਸਕਦਾ ਆਰਥਿਕ ਤੌਰ 'ਤੇ ਪਹਿਲਾਂ ਹੀ ਪਰਿਵਾਰ ਕਾਫੀ ਸੰਘਰਸ਼ ਦੇ ਵਿੱਚੋਂ ਗੁਜ਼ਰ ਰਿਹਾ ਤੇ ਉੱਪਰੋਂ ਇਹ ਵੱਡੀ ਘਟਨਾ। ਤੇ ਸੋ ਇੱਥੋਂ ਆਪਣੇ ਦੋਸਤਾਂ ਮਿੱਤਰਾਂ ਨਾਲ ਗਿਆ ਸੀ ਜਾਂ ਟਰਾਲੀ ਵਗੈਰਾ ਤੇ ਗਿਆ ਸੀਗਾ ਜੀ? ਨਾ ਜੀ ਆਪਦੇ ਦੋਸਤਾਂ ਮਿੱਤਰਾਂ ਨਾਲ ਹੀ ਗਿਆ ਸੀ ਜੀ। ਅੱਛਾ ਜੀ। ਮੈਂ ਆਖਿਆ ਸੀ ਮੈਂ ਜਾਣਾ, ਕਹਿੰਦਾ ਨਹੀਂ ਪਾਪਾ ਅਸੀਂ ਜਾਵਾਂਗੇ 6-7 ਮੁੰਡੇ ਜੀ ਕਹਿੰਦੇ। ਅੱਛਾ ਜੀ। ਹਾਂ ਉਹਨਾਂ ਨਾਲ ਹੀ ਗਿਆ ਸੀ। ਕਹਿੰਦਾ ਤੂੰ ਰਹਿਣ ਦੇ, ਕਹਿੰਦਾ ਤੂੰ ਮਾਰ ਪੂ ਸਾਮੀ ਆਵਾ। ਅੱਛਾ ਜੀ। ਪਹਿਲੀ ਵਾਰੀ ਗਿਆ ਸੀਗਾ ਜੀ। ਉਹ ਜਿਵੇਂ ਪਿੰਡ ਦੇ ਡਿਊਟੀ ਲਾਈ ਜਾਂਦੇ ਸੀਗੇ, ਮੈਂ ਆਸੇ ਹੀ ਮੈਂ ਮੁੰਡਾ ਜਾਊਗਾ। ਉਹ ਫਿਰ ਇਹ ਭੱਗ ਗਏ ਜੀ। ਠੀਕ ਹੈ। ਹਾਂਜੀ। ਤੇ ਹੋਰ ਪਰਿਵਾਰ ਦੇ ਵਿੱਚ ਇਹਦੇ ਭੈਣ ਭਰਾ ਕੌਣ ਕੌਣ ਨੇ ਜੀ? ਇੱਕ ਜੀ ਭੈਣ ਹੈ ਜੀ, ਇੱਕ ਭਰਾ ਹੈ ਜੀ, ਇੱਕ ਦੀ ਘਰ ਵਾਲੀ ਹੈ ਜੀ, ਇੱਕ ਦੀ ਮਾਤਾ, ਇੱਕ ਮੈਂ ਹੈ ਜੀ। ਠੀਕ ਹੈ। ਪੰਜ ਹੀ ਰਹੇ ਜੀ। ਸੋ ਇਸ ਪਰਿਵਾਰ ਦੇ ਨਾਲ, ਇਸ ਸੰਘਰਸ਼ੀਲ ਪਰਿਵਾਰ ਦੇ ਨਾਲ ਅਸੀਂ ਦੁੱਖ ਸਾਂਝਾ ਕਰਨ ਦੇ ਵਾਸਤੇ ਇਸ ਵਕਤ ਸਾਰੇ ਨਗਰ ਭਾਗੀ ਬੰਦਰ ਜਿਹੜਾ ਹੈ ਉੱਥੇ ਪਹੁੰਚੇ ਹੋਏ ਹਾਂ ਜੀ। ਸੋ ਕਿਦਾਂ ਦਾ ਸੁਭਾਅ ਸੀ ਜੀ ਹਰਜਿੰਦਰ ਸਿੰਘ ਇਹਦਾ ਦਾ? ਬਹੁਤ ਵਧੀਆ ਜੀ, ਮਤਲਬ ਬਾਹਰ ਮੁੰਡਿਆਂ ਨਾਲ ਕਲੱਬਾਂ ਦੇ ਵਿੱਚ ਸੇਵਾ ਦੇ ਵਿੱਚ ਬਹੁਤ ਜਾਂਦਾ ਸੀਗਾ ਜੀ। ਹਾਂਜੀ ਇਸੇ ਕਰਕੇ ਮਤਲਬ ਉੱਥੇ ਗਿਆ ਸੀ। ਕਹਿੰਦਾ ਵੀ ਮੈਂ ਲੰਗਰ ਦੇ ਵਿੱਚ ਸੇਵਾ ਸੁਭਾ ਕਰੂੰਗਾ ਉੱਥੇ। ਤੇ ਜਿੰਨੇ ਸਾਡੀ ਪੱਤੀ ਦੂਸਰੀ ਆ ਉਧਰ ਮੁੰਡਿਆਂ ਨਾਲ ਇਹਦੀ ਇੰਨੀ ਲਿਹਾਜ਼ ਸੀਗੀ ਜੀ। ਮਤਲਬ ਉੱਥੇ ਕਲੱਬ ਬਣੇ ਸੀ ਸਾਡੀ ਪੱਤੀ ਦੇ ਵਿੱਚ ਵੀ ਜਾ ਕੇ ਇਹ ਮਤਲਬ ਉਹਨਾਂ ਦੇ ਵਿੱਚ ਹਿੱਸਾ ਲੈਂਦਾ ਜੀ। ਕੋਈ ਖੂਨਦਾਨ ਵਗੈਰਾ ਕਰਨਾ ਜਾਂ ਕੋਈ ਮਤਲਬ ਕਿਤੇ ਵੀ ਮਤਲਬ ਮੂਹਰੇ ਹੁੰਦਾ ਸੀਗਾ ਜੀ।
ਬਾਹਰ ਅੰਦਰ ਤੁਰਦਾ ਫਿਰਦਾ ਮੁੰਡਾ ਸੀਗਾ ਜੀ। ਸੋ ਬਿਲਕੁਲ ਮੈਂ ਸਮਝਦਾ ਕਿ ਹੋਣਹਾਰ ਜਿਹੜੇ ਨੇ, ਹੋਣਹਾਰ ਨੌਜਵਾਨ ਵੇਖੋ, ਇਹ ਛੋਟੀ ਜਿਹੀ ਉਮਰ ਤੇ ਬੜਾ ਵੱਡਾ ਘਾਟਾ ਮੈਂ ਸਮਝਦਾ ਪਰਿਵਾਰ ਦਾ। ਜਿਵੇਂ ਆਪਾਂ ਪਹਿਲਾਂ ਵੀ ਸੰਗਤ ਜੀ ਗੱਲ ਕਰਦੇ ਸੀ ਨੇ ਵੀ ਜਿਹੜੇ ਵੀ ਪਰਿਵਾਰਾਂ ਚੋਂ ਇਹ ਜੀ ਗਏ ਨੇ ਉਹ ਪਰਿਵਾਰ ਦੀ ਰੀੜ੍ਹ ਦੀ ਹੱਡੀ ਸਮਝ ਲਈਏ, ਹਨਾ, ਕਿਉਂਕਿ ਉਹੀ ਬੰਦਾ ਜਾਂਦਾ ਜਿਹੜਾ ਜ਼ਿੰਮੇਵਾਰ ਹੁੰਦਾ। ਦਿੱਲੀ ਜਾਣਾ ਉਦਾਂ ਸੌਖਾ ਤਾਂ ਹੈ ਨਹੀਂ। ਬਹੁਤ ਪਰਿਵਾਰ ਤੇ ਤਾਂ ਗਰੀਬੀ ਸੀਗੀ ਜੀ, ਮਤਲਬ ਆਪ ਵਿਚਾਰਾ ਕੋਈ ਬਾਹਰ ਅੰਦਰ ਕੋਈ ਕਿਤੇ ਸੁਵਿਧਾ ਕੇਂਦਰ ਚਲਾ ਗਿਆ ਜਾਂ ਕਿਤੇ ਮਤਲਬ ਕਬੀਲਦਾਰੀ ਚਲਾਉਂਦਾ ਸੀਗਾ ਜੀ। ਤੇ ਬਾਕੀ ਜਿਹੜੇ 7 ਕਨਾਲਾਂ ਬਾਣ ਹੁਣ ਤੁਸੀਂ ਦੇਖ ਲਓ ਕਬੀਲਦਾਰੀ, ਮਤਲਬ ਲੜਕੀ ਘਰੇ ਬੈਠੀ ਆ ਜੀ, ਮਤਲਬ ਛੱਡਤੀ ਸਹੁਰਿਆਂ ਨੇ ਜੀ, ਮਤਲਬ ਹੁਣ ਤੁਸੀਂ ਦੇਖ ਲਓ ਜੀ ਬਹੁਤ ਗਰੀਬੀ ਆ ਜੀ ਪਰਿਵਾਰ। ਬਿਲਕੁਲ ਮੈਂ ਸਮਝਦਾ ਕਿ ਬੜਾ ਹੀ ਇੱਕ ਮਜਬੂਰੀ ਵਿੱਚ, ਬੜੇ ਸੰਘਰਸ਼ ਦੇ ਵਿੱਚ ਜੀਣ ਵਾਲਾ ਇਹ ਪਰਿਵਾਰ ਜਿਹਦੇ ਕੋਲ ਇਸ ਵਕਤ ਅਸੀਂ ਪਹੁੰਚੇ ਹਾਂ ਜੀ। ਸੋ ਇਹ ਸਨਮਾਨ ਰਾਸ਼ੀ ਜਿਹੜੀ ਹੈ ਸਰਦਾਰ ਹਰਜਿੰਦਰ ਸਿੰਘ ਦੇ ਪਰਿਵਾਰ ਨੂੰ ਭੇਟ ਕੀਤੀ ਜਾ ਰਹੀ, ਉਹਦੇ ਮਾਤਾ ਪਿਤਾ ਨੂੰ। ਸੋ ਨਾਲ ਉਹਨਾਂ ਦੀ ਧਰਮ ਪਤਨੀ ਹੈ, ਨਾਲ ਭੈਣ ਜਿਹੜੀ ਇੱਥੇ ਪਰਿਵਾਰ 'ਚ ਹੀ ਰਹਿੰਦੀ ਹੈ। ਸੋ ਮੈਂ ਸਮਝਦਾ ਕਿ ਐਸੇ ਪਰਿਵਾਰਾਂ ਦੇ ਨਾਲ ਖੜੇ ਹੋਣ ਦੀ ਬਹੁਤ ਵੱਡੀ ਜ਼ਰੂਰਤ ਹੈ, ਜਿਨ੍ਹਾਂ ਦੇ ਕਿ ਜ਼ਿੰਮੇਵਾਰ ਬੱਚੇ, ਦੇਖੋ ਕਿੰਨੀ ਕੁ ਉਮਰ ਹੈ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਬੜੀਆਂ ਔਖੀਆਂ ਨੇ ਜਰਨੀਆਂ ਮਾਵਾਂ ਵਾਸਤੇ। ਭੈਣ ਜੀ ਕੀ ਕਹਿਣਾ ਚਾਹੋਗੇ ਤੁਸੀਂ? ਬੜਾ ਦੁੱਖ ਦਾ ਸਮਾਂ ਹੈ ਪਰਿਵਾਰ ਵਾਸਤੇ। ਕੀ ਕਹਿ ਕੇ ਗਿਆ ਸੀ? ਸਾਨੂੰ ਤਾਂ ਹੀ ਕਹਿ ਕੇ ਗਿਆ ਸੀ ਧਰਨੇ ਤੋਂ ਬਾਅਦ ਮੰਮੀ ਕਹਿੰਦਾ ਬੱਚੇ ਨੂੰ ਅਸੀਂ ਕੀ ਕਹਾਂਗੇ, ਜੋ ਸਾਡੇ ਬੱਚੇ ਹੋਏਗਾ ਵੀ ਅਸੀਂ ਵੀ ਧਰਨੇ ਤੇ ਗਏ ਸੀ। ਹਾਂ ਮੰਮੀ ਮੈਂ ਜਾਏ, ਕਹਿੰਦਾ ਡੈਡੀ ਕਹਿੰਦਾ ਮੈਂ ਜਾਊਂਗਾ, ਕਹਿੰਦਾ ਨਾ ਡੈਡੀ ਮੈਂ ਜਾਊਂਗਾ। ਤੁਹਾਡੇ ਨਾਲ ਕੋਈ ਗੱਲ ਹੁੰਦੀ ਸੀ ਉੱਥੋਂ ਫਿਰ ਮੋਰਚੇ ਤੋਂ? ਕੀ ਗੱਲਬਾਤ? ਹਾਂਜੀ ਸਰ, ਥੋੜਾ ਬਹੁਤ ਗੱਲ ਹੁੰਦੀ ਸੀ ਕਿਉਂਕਿ ਸ਼ੋਰ ਜ਼ਿਆਦਾ ਹੁੰਦਾ ਸੀ, ਇੰਨੀ ਗੱਲ ਨਹੀਂ ਹੁੰਦੀ ਸੀ। ਬਸ ਗਈ ਹੋਈ ਆਪਰੇਸ਼ਨ ਹੋਇਆ ਵਾ, ਹਾਂਜੀ ਛਾਤੀ ਦਾ ਆਪਰੇਸ਼ਨ ਹੋਇਆ, ਪਿੰਡ ਗਈ ਵੀ ਸੀਗੀ। ਅੱਛਾ ਜੀ। ਇਹਨਾਂ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਦੇ ਕਰਕੇ ਸਾਨੂੰ ਇਹ ਘੜੀਆਂ ਵੇਖਣੀਆਂ ਪੈ ਰਹੀਆਂ? ਜਿਹੜੇ ਕਾਲੇ ਕਾਨੂੰਨ ਹੈ ਇਹਨਾਂ ਨੂੰ ਰੱਦ ਕੀਤਾ ਜਾਵੇ, ਤਾਂ ਜੋ ਮਾਂ ਉਹਦੇ ਜਵਾਨ ਪੁੱਤ ਐਵੇਂ ਨਾ ਜਾਣ। ਕਈ ਤਾਂ ਇਹੋ ਜਿਹੇ ਪਰਿਵਾਰ ਹੈ ਜਿਨ੍ਹਾਂ ਦੇ ਮਤਲਬ ਫੈਮਿਲੀ 'ਚ ਕੋਈ ਬੱਚਾ ਹੀ ਨਹੀਂ ਰਿਹਾ। ਸੋ ਇਹਨਾਂ ਪਰਿਵਾਰਾਂ ਦਾ ਦਰਦ ਬਹੁਤ ਵੱਡਾ ਹੈ ਸੰਗਤ ਜੀ, ਪਰ ਇਹਨਾਂ ਪਰਿਵਾਰਾਂ ਦੇ ਨਾਲ ਆਣ ਕੇ ਆਪਾਂ ਚਲੋ ਖੜੇ ਹਾਂ। ਸੋ ਭੈਣ ਜੀ ਤੁਸੀਂ ਕੋਈ ਇਹਨਾਂ ਸਰਕਾਰਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜਿਨ੍ਹਾਂ ਕਾਰਨ ਇਹ ਸਾਰਾ ਕੁਝ ਵਾਪਰਿਆ? ਅਸੀਂ ਕਹਿੰਦੇ ਜੀ ਸਰਕਾਰ ਆਪਦੇ ਕਾਨੂੰਨ ਵਾਪਸ ਲੈ ਲੈਣ ਬਸ। ਇਕੱਲੇ ਇਕੱਲੇ ਮਾਵਾਂ ਦੇ ਪੁੱਤ ਮੁੱਕ ਕੇ ਜਿਹੜੇ ਹੁਣ ਜਿਵੇਂ ਆਇਆ ਸੀ ਜੱਗ ਤੋਂ ਉਵੇਂ ਹੀ ਵਗ ਗਿਆ, ਕੋਈ ਨਿੱਕਾ ਮੋਟਾ ਬੱਚਾ ਵੀ ਹੈ ਨਹੀਂ ਮਗਰ। ਸਰਦਾਰ ਜੀ ਤੁਸੀਂ ਕੋਈ ਸਰਕਾਰ ਨੂੰ ਸੁਨੇਹਾ ਦੇਣਾ ਚਾਹੋ ਜੀ? ਅਸੀਂ ਤਾਂ ਜੀ ਇਹੀ ਕਹਿੰਦੇ ਜੀ, ਜਿਹੜੇ ਕਾਨੂੰਨ ਦੇ ਤਿੰਨੇ ਵਾਪਸ ਲੈਣ ਨਾਲ ਤੇ ਐਵੇਂ ਲੋਕਾਂ ਇੱਥੇ ਉੱਕੀ ਜਾਂਦੇ, ਲੋਕਾਂ ਦੇ ਨੌਜਵਾਨ ਮੁੰਡੇ ਮਰੀ ਜਾਂਦੇ, ਜਿਵੇਂ ਸਾਡਾ ਮਰ ਗਏ ਐ, ਖਬਰ ਕਿੰਨੇ ਕਮਾਂ ਦੇ ਪੁੱਤ ਮਰੀ ਜਾਂਦੇ ਜੀ, ਹਜੇ ਹੋਰ ਕਿੰਨੇ ਖਬਰ ਮਰਨਗੇ। ਬਿਲਕੁਲ ਜਿਸ ਤਰ੍ਹਾਂ ਲਾਗੇ ਸੋਈ ਜਾਣੇ ਕੌਣ ਜਾਣੇ ਪੀਰ ਪਰਾਈ। ਸੋ ਜਿਹੜਾ ਇਹਨਾਂ ਦਾ ਸੱਲ ਹੈ, ਮਾਂ ਦਾ ਸੱਲ, ਇੱਕ ਪਤਨੀ ਦਾ ਸੱਲ, ਇੱਕ ਭੈਣ ਦਾ ਸੱਲ, ਤੇ ਉਤੋਂ ਘਰਾਂ ਦੀਆਂ ਮਜਬੂਰੀਆਂ। ਸੋ ਮੈਂ ਸਮਝਦਾ ਕਿ ਬੜੇ ਔਖੇ ਸਮੇਂ ਦੇ ਵਿੱਚੋਂ ਇਹ ਪਰਿਵਾਰ ਗੁਜ਼ਰਦੇ ਪਏ ਨੇ। ਮੈਂ ਸਮਝਦਾ ਤੁਸੀਂ ਵੀ ਧੰਨ ਹੋ ਜਿਹੜੇ ਬਾਹਰ ਵਿਦੇਸ਼ਾਂ 'ਚ ਬੈਠੇ ਹੋ ਤੇ ਇਹਨਾਂ ਦਾ ਦੁੱਖ ਵੰਡਾ ਰਹੇ ਹੋ। ਤੁਹਾਡਾ ਭੇਜਿਆ ਹੋਇਆ ਜਿਹੜਾ ਇਹ ਦਸਵੰਧ ਹੈ, ਤੁਹਾਡੀ ਭੇਜੀ ਹੋਈ ਮਾਇਆ, ਇਸ ਢੰਗ ਨਾਲ ਇਹਨਾਂ ਪਰਿਵਾਰਾਂ ਦੇ ਇਸ ਦੁੱਖ 'ਚ ਆਪਾਂ ਸ਼ਰੀਕ ਹੋ ਪਾ ਰਹੇ ਹਾਂ। ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਪੁੰਨ ਹੈ ਜਿਹੜਾ ਸਾਰੀਆਂ ਉਹ ਸੰਗਤਾਂ ਕਮਾ ਰਹੀਆਂ ਨੇ ਜਿਹੜੀਆਂ ਵਿਦੇਸ਼ਾਂ 'ਚ ਬੈਠੀਆਂ, ਕਿਉਂਕਿ ਇਹ ਸਾਰੇ ਬੜੇ ਸੰਘਰਸ਼ੀਲ ਪਰਿਵਾਰ ਨੇ। ਪਹਿਲਾਂ ਇੱਥੇ ਜ਼ਿੰਦਗੀ ਦਾ ਸੰਘਰਸ਼ ਕਰਦੇ ਕਰਦੇ ਉਸ ਸੰਘਰਸ਼ 'ਚ ਗਏ,
ਉਸ ਸੰਘਰਸ਼ 'ਚ ਜਾ ਕੇ ਤੇ ਫਿਰ ਇਸ ਢੰਗ ਦੇ ਨਾਲ ਇਹਨਾਂ ਘਟਨਾਵਾਂ ਦਾ ਸ਼ਿਕਾਰ ਹੋ ਕੇ ਕਿਸਾਨ ਜਥੇਬੰਦੀਆਂ ਵੱਲੋਂ ਤੁਹਾਡਾ ਵੀ ਹਾਂਜੀ। ਧੰਨਵਾਦ ਕੀਤਾ ਜਾਂਦਾ। ਹਾਂਜੀ ਇੱਕ ਮਿੰਟ ਹਾਂਜੀ ਹਾਂਜੀ, ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਜੀ ਸੰਗਤ ਐਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸੰਗਤ। ਜਿਹੜੇ ਮਤਲਬ ਸਾਰੀ ਸੰਗਤ ਇੱਥੇ ਨਹੀਂ ਮਤਲਬ ਸਾਡਾ ਟਿੱਕਰੀ ਬਾਰਡਰ ਤੇ ਵੀ ਮਤਲਬ ਸਾਡੀ ਬਹੁਤ ਮਦਦ ਕਰ ਰਹੇ ਆ ਜੀ। ਹਾਂਜੀ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਜੀ। ਜਿੰਨਾ ਚਿਰ ਸਰਕਾਰ ਸਾਡੇ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਕੋਈ ਗੱਲ ਨਹੀਂ, ਮੌਤਾਂ ਸਾਡੀਆਂ ਹੋਈ ਜਾਂਦੀਆਂ। ਕੋਈ ਇਹ ਇੱਕ ਨਹੀਂ ਬੇੜਾ ਮੂਧਾ ਵੱਜਿਆ ਜੀ, ਹੋਰ ਵੀ ਬਥੇਰੇ ਬੇੜੇ ਮੂਧੇ ਵੱਜੇ ਆ। ਜਿੱਦਣ ਅਸੀਂ ਗਏ ਆ, ਸਾਡੇ ਨਾਲ ਇੱਕ ਟਰਾਲੀ ਮੂਹਰੇ ਜਾਂਦੀ ਸੀ, ਟਰਾਲੀ ਦੇ ਵਿੱਚ ਟਰੱਕ ਵੱਜ ਕੇ ਮੁੰਡਾ ਸਾਡੇ ਕੋਲੇ ਮਰਿਆ ਜੀ, ਨੌਜਵਾਨ। ਮਤਲਬ ਬਹੁਤ ਜ਼ਿਆਦਾ ਸਾਡੇ ਹੱਥੀ ਮੌਤਾਂ ਅਸੀਂ ਆਪ ਦੇਖੀਆਂ ਜੀ। ਪਰ ਅਸੀਂ ਪਿੱਛੇ ਹਟਣ ਵਾਲੇ ਨਹੀਂ ਜੀ। ਇਹ ਸਰਕਾਰ ਦਾ ਬੇੜਾ ਮੂਧਾ ਮਾਰ ਕੇ ਹਟਾਂਗੇ ਅਸੀਂ, ਸ਼ੱਕ ਸਾਨੂੰ ਉੱਥੇ 5 ਸਾਲ ਕਿਉਂ ਨਾ ਲੱਗ ਜਾਣ ਜੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸੋ ਬਿਲਕੁਲ ਇਹ ਸੰਗਤ ਏਡ ਦੀ ਜਿਹੜੀ ਮਾਇਆ ਮੈਂ ਸਮਝਦਾ ਕਿ ਇੱਥੇ ਪਹੁੰਚੀ ਹੈ। ਰੇਟ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸੋ ਬਿਲਕੁਲ ਮੈਂ ਸਮਝਦਾ ਕਿ ਸੰਗਤ ਏਡ ਨੂੰ ਜਿਹੜਾ ਆਪ ਜੀ ਨੇ ਸਹਿਯੋਗ ਦਿੱਤਾ ਸੰਗਤਾਂ ਨੇ, ਉਹ ਇੱਥੇ ਆਪਾਂ ਪਹੁੰਚਾ ਪਾਏ ਆ। ਸੋ ਅੱਜ ਸਾਡਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਵੱਖ-ਵੱਖ ਪਰਿਵਾਰਾਂ ਕੋਲ ਅਸੀਂ ਪਹੁੰਚ ਸਕੇ। ਸੋ ਇਹ ਭਾਗੀ ਬਾਂਦਰ ਦੇ ਵਿੱਚ ਜਿਹੜਾ ਕਿ ਇੱਕ ਨੌਜਵਾਨ ਸਾਡਾ ਹਰਜਿੰਦਰ ਸਿੰਘ ਜਿੰਦੂ, ਉਹਦੇ ਪਰਿਵਾਰ ਵਿੱਚ ਪਹੁੰਚੇ ਆ, ਜਿਹੜਾ ਕਿ ਇੱਕ ਬੜਾ ਹੀ ਸੰਘਰਸ਼ੀਲ ਕਿਸਾਨੀ ਯੋਧਾ ਜਿਹਨੇ ਜ਼ਿੰਦਗੀ ਆਪਣੀ ਇਸ ਸੰਘਰਸ਼ ਦੇ ਲੇਖੇ ਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਠਿੰਡੇ ਜ਼ਿਲ੍ਹੇ ਦੇ ਹੀ ਨਥਾਣਾ ਤਹਿਸੀਲ ਦੇ ਵਿੱਚ ਤੁੰਗਾਂ ਵਾਲੀ ਪਿੰਡ ਦੇ ਵਿੱਚ ਇਸ ਵਕਤ ਹਾਂ ਸੀ ਜੈ ਸਿੰਘ ਬਰਾੜ 37 ਸਾਲ ਦੇ ਨੌਜਵਾਨ ਕਿਸਾਨ ਦੀ ਜੋ ਹੈ ਇਸ ਮੋਰਚੇ ਦੇ ਵਿੱਚ ਜ਼ਿੰਦਗੀ ਲੇਖੇ ਲੱਗੀ। ਉਹਨਾਂ ਦੇ ਘਰ ਅਸੀਂ ਪਹੁੰਚੇ ਹੋਏ ਹਾਂ ਇਸ ਵਕਤ ਦਿੱਲੀ ਬਾਰਡਰ ਦੇ ਉੱਤੇ, ਜਿਹਨੂੰ ਕਿ ਸਾਇਲੈਂਟ ਹਾਰਟ ਅਟੈਕ ਕਹਿ ਦਈਏ ਜਾਂ ਕੁਛ ਇੱਦਾਂ ਦਾ। 17 ਤਰੀਕ 16 ਤੇ 17 ਦੀ ਵਿਚਾਲੜੀ ਰਾਤ ਸੀ ਜੋ ਦਸੰਬਰ ਦੀ, ਉਸ ਵੇਲੇ ਜੋ ਹੈ ਉਹਨਾਂ ਨੂੰ ਅਟੈਕ ਆਇਆ ਤੇ ਬਸ ਸਵੇਰੇ ਉਹਨਾਂ ਨੂੰ ਮ੍ਰਿਤਕ ਰੂਪ 'ਚ ਹੀ ਦੇਖਿਆ ਗਿਆ। ਸੋ ਇਹ ਇੱਥੇ ਤਸਵੀਰ ਆ ਉਹਨਾਂ ਦੀ, ਪਰਿਵਾਰ ਉਹਨਾਂ ਦਾ ਇੱਥੇ ਆਪਣਾ ਦੇਖ ਸਕਦੇ ਆ। ਸੋ ਇਹ ਜੈ ਸਿੰਘ ਬਰਾੜ, ਇਹ ਉਹਨਾਂ ਦੀ ਤਸਵੀਰ ਹੈ। ਸੋ ਇਹ ਸਰਦਾਰ ਜੈ ਸਿੰਘ ਬਰਾੜ, ਉਹਨਾਂ ਦੇ ਸਤਿਕਾਰਯੋਗ ਫਾਦਰ ਸਾਹਿਬ ਨੂੰ ਸਨਮਾਨ ਦੇ ਰੂਪ ਵਿੱਚ 1 ਲੱਖ ਰੁਪਏ ਦੀ ਸਨਮਾਨ ਰਾਸ਼ੀ ਸੰਗਤ ਏਡ ਵੱਲੋਂ ਭੇਟ ਕੀਤੀ ਜਾ ਰਹੀ ਹੈ ਜੀ। ਇਸ ਵਕਤ ਤੁੰਗਾਂ ਵਾਲੀ ਨਗਰ ਹੈ, ਨਥਾਣਾ ਤਹਿਸੀਲ ਦੇ ਵਿੱਚ, ਜ਼ਿਲ੍ਹਾ ਬਠਿੰਡਾ। ਮਹਿਜ਼ 37 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਇਸ ਕਿਸਾਨੀ ਸੰਘਰਸ਼ ਦੇ ਲੇਖੇ ਲੱਗੀ। ਸਰਦਾਰ ਸਾਹਿਬ ਥੋੜਾ ਜਿਹਾ ਸਾਨੂੰ ਦੱਸਦੇ, ਕਦੋਂ ਗਏ ਸੀ ਮੋਰਚੇ ਤੇ ਕਿਵੇਂ ਉਹਨਾਂ ਦਾ ਵਿਛੋੜਾ ਪਿਆ ਜੀ? ਜੈ ਸਿੰਘ ਜੀ 13/12 ਨੂੰ ਇੱਥੋਂ ਸਵੇਰ 5 ਵਜੇ ਟਰਾਲੀ ਲੈ ਕੇ ਨਿਕਲੇ ਆ ਮੈਨੂੰ ਸੰਗਤ ਦੇ ਨਾਲ, ਤੇ 17 ਤਰੀਕ ਨੂੰ ਸਵੇਰ ਮਤਲਬ ਇੱਥੇ ਸਾਨੂੰ ਫੋਨ ਰਾਹੀਂ ਪਤਾ ਲੱਗਿਆ ਵੀ ਉਹ ਅਟੈਕ ਹੋ ਗਿਆ। ਸੁੱਤੇ ਪਿਆਂ ਨੂੰ ਹੀ ਮਤਲਬ ਹੋ ਗਿਆ ਜੀ। ਪੱਕੀ ਬੜੀ ਇੱਥੋਂ ਘਰੋਂ ਇੰਨੇ ਉਸ ਨਾਲ ਗਏ ਸੀ, ਤਬਾਕ ਨਾਲ ਵੀ ਆਪਦੇ ਬਣੇ ਹੋਏ ਕੱਪੜੇ ਵੀ ਟੇਲਰ ਤੋਂ ਫੜਨ ਨਹੀਂ ਗਏ ਵੀ ਮੈਂ ਕਿਤੇ ਰਹਿ ਨਾ ਜਾਵਾਂ। ਅੱਛਾ ਜੀ। ਹਾਂ, ਦੂਸਰੀ ਇਹ ਸੀਗਾ ਵੀ ਉਹਦਾ ਵੱਡਾ ਭਰਾ ਗਿਆ ਹੋਇਆ ਸੀ, ਉਹ ਕਹਿੰਦਾ ਵੀ, ਮੈਂ ਕਿਹਾ ਵੀ ਤੁਸੀਂ ਉਹਨੂੰ ਵਾਪਸ ਆ ਜਾਣ ਦਿਓ, ਫਿਰ ਚਲੇ ਜਾਈ। ਉਹ ਕਹਿੰਦਾ ਵੀ ਜੇ ਉਦੋਂ ਤੱਕ ਸਮਝੌਤਾ ਹੋ ਗਿਆ ਤਾਂ ਕਹਿੰਦਾ ਮੈਨੂੰ ਤਾਂ ਮੌਕਾ ਹੀ ਨਹੀਂ ਮਿਲਣਾ ਇਸ ਗੱਲ ਦਾ। ਤੇ ਉਹ ਦਿਮਾਗ ਉਹਦੇ ਐਸਾ ਜਜ਼ਬਾ ਵੇਖੋ ਜੀ ਹੈ, ਜਦੋਂ ਤੱਕ ਸਮਝੌਤਾ ਹੋ ਗਿਆ ਤੇ ਮੈਂ ਰਹਿ ਜਾਣਾ। ਹਾਂ, ਕੋਈ ਨੌਜਵਾਨਾਂ ਕਿਸਾਨ ਮੈਂ ਉਹਨੂੰ ਇੱਥੋਂ ਤੱਕ ਵਾਸਤਾ ਵੀ ਪਾਇਆ ਵੀ ਮੈਂ ਵੀ ਇਹ ਦੋਨੇ ਪੁੱਤ ਦੋਨੇ ਜਾ ਰਹੇ ਹੋ ਤੁਸੀਂ, ਤੇ ਮੈਨੂੰ ਕਹਿੰਦਾ ਮੈਂ ਤੋਂ ਵੱਧ ਕਿਰਾਇਆ ਹੀ ਨਹੀਂ ਦੇਵੇਂਗਾ, ਮੈਂ ਬਗੈਰ ਕਿਰਾਏ ਤੋਂ ਵੀ ਚਲਾ ਜਾਊਂਗਾ। ਬਸ ਫਿਰ ਉਦੋਂ ਬਾਅਦ ਤਾਂ ਕੋਈ ਉਹਦੇ ਨਾਲ ਫੋਨ ਤੇ ਗੱਲ ਹੋਈ ਆ, ਜਿਹੜੀ ਰੂ ਗੱਲ ਤਾਂ ਉਹੀ ਜਿਹੜੀ ਹੋ ਗਈ ਬਸ। ਹੋਰ ਪਹਿਲਾਂ ਵੀ ਐਵੇਂ ਕਿਸਾਨੀ ਇੱਥੇ ਜਦੋਂ ਮੋਰਚੇ ਚੱਲਦੇ ਜਦੋਂ ਤੋਂ ਮੋਰਚਾ ਸ਼ੁਰੂ ਹੋਇਆ ਉਦੋਂ ਤੋਂ ਲਗਾਤਾਰ ਹੀ ਜਾ ਰਿਹਾ ਸੀਗਾ ਜੀ। ਅੱਛਾ ਜੀ। ਕੁਛ ਥੋੜਾ ਜਿਹਾ ਉਹ ਬੰਦਾ ਲੇਖਕ ਸੀਗਾ ਜੀ। ਅੱਛਾ ਜੀ। ਹਾਂ, ਉਹ ਲਿਖਦਾ ਰਹਿੰਦਾ ਸੀ, ਉਹਦਾ ਕੁਝ ਖਿਆਲ ਪਹਿਲਾਂ ਹੀ ਉਸ ਪਾਸੇ ਨੂੰ ਰੁਝਾਨ ਸੀਗਾ। ਅੱਛਾ ਮਤਲਬ ਹਰੇਕ ਗੱਲ ਨੂੰ ਸੀਰੀਅਸਲੀ ਲੈਂਦਾ ਸੀ। ਜੀ ਜੀ। ਹਾਂ,
ਉਹ ਪਹਿਲਾਂ ਤਾਂ ਮੈਂ ਕਦੇ ਉਹਦੀ ਗੱਲ ਦਾ ਉਹਦੀ ਕਿਤਾਬਾਂ ਮੈਂ ਲਿਖਦਾ ਤਾਂ ਪੜ੍ਹਦਾ ਤਾਂ ਮੈਂ ਰਹਿੰਦਾ, ਮੈਨੂੰ ਪੜ੍ਹਾਉਂਦਾ ਸੀ, ਮੈਂ ਉਹਨੂੰ ਕਦੇ ਗੌਰ ਨਾਲ ਨਹੀਂ ਪੜ੍ਹਿਆ ਸੀ। ਹੁਣ ਉਹਦੇ ਜਾਣ ਤੋਂ ਬਾਅਦ ਜਦੋਂ ਵੇਖਿਆ ਵੀ ਕਈ ਇਹੋ ਜਿਹੇ ਸ਼ਬਦ ਵਰਤੇ ਵੀ ਜਿਹੜੇ ਸਾਡੀ ਯੂਨੀਵਰਸਿਟੀ ਦੇ ਵਿੱਚ ਵੀ ਮੈਂ ਖੁਦ ਆਪ ਗ੍ਰੈਜੂਏਟ ਹਾਂ, ਮੈਨੂੰ ਵੀ ਮੈਂ ਪੜ੍ਹਨ 'ਚ ਨਹੀਂ ਵੇਖੇ ਉਹ ਮੇਰੇ ਆਏ ਵੀ ਜਿਹੜੇ ਉਹਨੇ ਸ਼ਬਦ ਵਰਤੇ ਆ, ਪਤਾ ਨਹੀਂ ਕਿੱਥੋਂ ਲਏ ਹੈ, ਕਿੱਥੋਂ ਉਹਨੇ ਸਿੱਖੇ ਹੈ। ਤੇ ਸਾਹਿਤ ਨਾਲ ਕਾਫੀ ਹਾਂ ਲਗਾਓ ਸੀਗਾ, ਤੇ ਬੜੇ ਉਹਦੇ ਸ਼ਬਦ ਵਰਤੇ ਹੋਏ ਹੈ। ਗੀਤਕਾਰੀ ਕੀਤੀ ਵੀ ਹੈ, ਗੀਤਕਾਰੀ ਦੇ ਰੂਪ 'ਚ ਹੈ। ਹਾਂ, ਬਾਕੀ ਪੌਦੇ ਲਾਉਣ ਦਾ ਉਹਦਾ ਸ਼ੌਕ ਬਹੁਤ ਸੀ ਜੀ। ਸਾਡੇ ਘਰ ਦੇ 4 ਚੁਫੇਰੇ ਜਿੰਨੇ ਦਰਖਤ ਲੱਗੇ ਹੋਏ ਆ ਸਾਰੇ ਉਹਦੇ ਲਾਏ ਹੋਏ ਆ। ਆਪਣੇ ਘਰ ਨੂੰ ਜਿਹੜੀ ਲੱਕੜ ਲਾਈ ਹੋਈ ਹੈ ਇਹ ਵੀ ਅਸੀਂ ਉਹੀ ਡੇਕਾਂ ਪੱਟ ਕੇ ਸਾਰੀਆਂ ਉਹਦੀ ਮਤਲਬ ਚਰਾਈ ਕੀਤੀ ਹੈ। ਉਹ ਬੰਦੇ ਨੂੰ ਬਹੁਤ ਜ਼ਿਆਦਾ ਇਸ ਗੱਲ ਨਾਲ ਸ਼ੌਕ ਸੀ ਪਸ਼ੂ ਪਾਲਣ ਦਾ। ਹੁਣ ਵੀ ਮੋਰ ਰੱਖੀ ਬੈਠਾ ਘਰੇ, ਮੋਰ ਆ ਸਾਡੇ ਘਰੇ, 2 ਮੋਰਾਂ ਦੇ ਉਹ ਹੈ। ਥੋੜ੍ਹੇ ਦਿਨ ਪਹਿਲਾਂ ਹੀ ਲੈ ਕੇ ਆਉਂਦੇ ਸੀ ਉੱਥੋਂ ਬੱਚੇ, ਉਹਦੇ ਜਾਣ ਤੋਂ 2 ਮਹੀਨੇ ਪਹਿਲਾਂ, ਹੁਣ 6 ਮਹੀਨਿਆਂ ਦੇ ਹੋਏ ਆ ਉਹ। ਇਸ ਤਰ੍ਹਾਂ ਦੇ ਕਰਕੇ ਉਹਦੇ ਮਤਲਬ ਸੋ ਬੜਾ ਮੈਂ ਸਮਝਦਾ ਕਿ ਪੂਰੀ ਸੰਵੇਦਨਾ ਰੱਖਣ ਵਾਲਾ ਹੈ ਤੇ ਇੱਕ ਜਾਗਰੂਕ ਜਿਹੜਾ ਸੀ ਨੌਜਵਾਨ ਸੀ ਸਾਡਾ। ਸੋ ਸਰਦਾਰ ਸਾਹਿਬ ਤੁਸੀਂ ਵੀ ਥੋੜਾ ਜਿਹਾ ਅੱਜ ਤੁਸੀਂ ਵੀ ਸਾਡੇ ਨਾਲ ਆ ਇਸ ਵੇਲੇ, ਇੱਥੇ ਆਪਾਂ ਕਾਫੀ ਦੇਰ ਹੋ ਗਈ ਸੀ, ਤੇ ਇਹ ਜੋ ਕਿਸਾਨ ਵੀਰ ਸਾਡਾ ਜੈ ਸਿੰਘ ਵਿਛੜ ਗਿਆ ਉਹਦੇ ਪ੍ਰਥਾਈ ਕੋਈ ਬਚਨ ਸਾਂਝਾ ਕਰ। ਬਹੁਤ ਹੀ ਪਿੱਛੇ ਪਰਿਵਾਰ ਨੂੰ ਮੁਸ਼ਕਲ ਆ ਜੀ, ਇਸ ਉਮਰ 'ਚ ਜਾਣਾ ਜੀਵ ਨੇ ਜੀ, ਤੇ ਬੜੀ ਵੱਡੀ ਦੁਖਦਾਈ ਗੱਲ ਆ ਜੀ, ਤੇ ਉਹ ਸਹਿ ਨਹੀਂ ਸਕਦੇ ਆਪਾਂ ਜੋ ਪਾਣਾ ਵਰਤ ਗਿਆ, ਤੇ ਜੋ ਸੰਘਰਸ਼ ਵਾਸਤੇ ਸਿੱਧੀ ਪਾਈ ਇੱਕ ਬਹੁਤ ਵੱਡੀ ਦੇਣ ਆ ਜੀ, ਤੇ ਪਰਿਵਾਰ ਵਾਸਤੇ ਬੜਾ ਤੁਹਾਡੀ ਸੰਸਥਾ ਦਾ ਇੱਕ ਬਹੁਤ ਵੱਡਾ ਉਪਰਾਲਾ ਜੀ, ਜਿੰਨਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਬਿਲਕੁਲ ਮੈਂ ਸਮਝਦਾ ਕਿ ਸਾਰਾ ਸੰਗਤ ਏਡ ਨੂੰ ਜਿਹੜਾ ਸਪੋਰਟ ਕਰਦੇ ਹੋ ਆਪ ਸਭ ਦੇਸ਼ਾਂ 'ਚ ਬੈਠੇ ਸਾਰੇ ਪੰਜਾਬੀ ਭਰਾ ਭੈਣਾਂ ਸਾਡੀਆਂ ਮਾਤਾਵਾਂ, ਸੋ ਆਪ ਸਭ ਦਾ ਅਸੀਂ ਇੱਕ ਵਾਰੀ ਫਿਰ ਤੋਂ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਸਹਿਯੋਗ ਦੇ ਨਾਲ। ਹਾਂਜੀ, ਮੈਂ ਜੈ ਸਿੰਘ ਦਾ ਪਿਤਾ ਜੀ, ਸਾਰੀ ਸੰਗਤ ਏਡ ਦਾ ਤੇ ਬਾਹਰ ਬੈਠੇ ਮੇਰੇ ਵੀਰਾਂ ਦਾ ਜਿਨ੍ਹਾਂ ਨੂੰ ਇੰਨਾ ਹਮਦਰਦੀ ਆਉਂਦੀ, ਬਹੁਤ ਬਹੁਤ ਧੰਨਵਾਦ ਕਰਦਾ। ਸੋ ਇਹ ਹਮਦਰਦੀ ਹੀ ਹੈ, ਇਹ ਆਪਾਂ ਜੋ ਵੀ ਕਰਦੇ ਪਏ ਇੱਕ ਹਮਦਰਦੀ ਦੇ ਤੌਰ ਤੇ ਕਰਦੇ ਪਏ ਕਿ ਸਾਡਾ ਦਰਦ ਸਾਂਝਾ। ਸੋ ਇਹ ਦੁੱਖ, ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰਦੇ ਕਿ ਦੁੱਖ ਵੰਡਾਈਏ ਤੇ ਘਟ ਜਾਂਦਾ, ਸੋ ਸਿਰਫ ਇੰਨਾ ਕੁ ਉਪਰਾਲਾ ਤੇ ਤੁਹਾਡਾ ਸਾਰਿਆਂ ਵਿਦੇਸ਼ਾਂ 'ਚ ਬੈਠੇ ਸਾਰੇ ਭੈਣ ਭਰਾਵਾਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ। ਤੇ ਆਪਾਂ ਇਵੇਂ ਹੀ ਇਹ ਸੇਵਾ ਜਿਹੜੀ ਹੈ ਜੇ ਕਾਫੀ ਵੱਡੀ ਹੈ ਤੇ ਤਗੜੇ ਹੋ ਕੇ ਆਪਾਂ ਕਰ ਲਈਏ, ਖੱਟ ਲਈਏ। ਮੈਂ ਸਮਝਦਾ ਕਿ ਇਹ ਗੁਰੂ ਘਰ ਦੀ ਸੇਵਾ ਹੀ ਹੈ। ਜਿਵੇਂ ਆਪਾਂ ਕਹਿੰਦੇ ਆ ਨਾ ਵੀ ਉੱਥੇ ਦਿੱਲੀ ਬਾਰਡਰਾਂ ਤੇ ਬਾਬਾ ਨਾਨਕ ਆਪ ਵਸਦਾ, ਤੇ ਫਿਰ ਐਸੇ ਪਰਿਵਾਰਾਂ ਦੀ ਜਿਹੜੀ ਆਪਾਂ ਨਾਲ ਖੜਦੇ ਪਏ ਆ। ਉਹਨਾਂ ਦੇ ਕਈ ਪਰਿਵਾਰ ਤਾਂ ਆਪਾਂ ਦੇਖੇ ਹੀ ਆ, ਬੇਜ਼ਮੀਨੇ ਪਰਿਵਾਰ ਵੀ ਨੇ ਜਿਨ੍ਹਾਂ ਦੇ ਘਰਾਂ 'ਚ ਕੋਈ ਕਮਾਉਣ ਵਾਲਾ ਵੀ ਨਹੀਂ ਰਹਿ ਗਿਆ। ਅੱਜ ਇੱਕ ਗਏ ਆ, ਉਹ ਇਕੱਲੀ ਬੀਬੀ ਹੈ ਘਰ 'ਚ, ਹੋਰ ਕੋਈ ਵੀ ਨਹੀਂ। ਸੋ ਐਸੇ ਪਰਿਵਾਰਾਂ ਦੇ ਨਾਲ ਖੜਨ ਦਾ ਮੈਂ ਸਮਝਦਾ ਵੀ ਇੱਕ ਬੜਾ ਵੱਡਾ ਪਰਉਪਕਾਰ ਹੈ ਜਿਹੜਾ ਸਾਨੂੰ ਨਸੀਬ ਹੋਇਆ। ਸੋ ਆਪਾਂ ਸਾਰੇ ਰਲ ਕੇ ਇਹ ਜ਼ਰੂਰ ਕਰੀਏ। ਸੋ ਮੈਂ ਸਮਝਦਾ ਭਾਈ ਰਣਜੀਤ ਸਿੰਘ ਜੀ ਅੱਜ ਦੇ ਥੋੜ੍ਹਾ ਜਿਹਾ ਤੁਸੀਂ ਵੀ ਕੋਈ ਬਚਨ ਇਸ ਮੌਕੇ ਸਾਂਝਾ ਕਰ ਦੇਖੋ। ਅੱਜ ਵੀ ਆਪਾਂ ਮੇਰੇ ਖਿਆਲ 7ਵੇਂ ਪਰਿਵਾਰ ਕੋਲ ਅੱਜ ਪਹੁੰਚ ਪਾਏ ਅੱਜ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਇਹ 7ਵਾਂ ਨਹੀਂ, ਅੱਜ ਸਾਡਾ 9ਵਾਂ ਪਰਿਵਾਰ ਹੈ। ਅੱਜ 9ਵੇਂ ਘਰ ਵਿੱਚ ਆਏ ਹਾਂ। ਸੋ ਗੁਰੂ ਭੇੜੀ ਸਾਹਿਬ ਸਿੰਘ ਜੀ, ਜਿਸ ਤਰ੍ਹਾਂ ਆਪ ਜੀ ਨੂੰ ਪਹਿਲਾਂ ਦੱਸੀਦਾ ਕਿ ਉਹ ਇਸ ਸੰਘਰਸ਼ ਦੇ ਵਿੱਚ ਵੱਡੀਆਂ ਜਗੀਰਾਂ ਵਾਲੇ ਬਹੁਤ ਥੋੜ੍ਹੇ ਉੱਥੇ ਜਾ ਕੇ ਡਟੇ ਹੋਏ ਆ। ਇੱਥੇ ਇਸ ਸੰਘਰਸ਼ ਦੇ ਵਿੱਚ ਜਿਹੜਾ ਹਿੱਸਾ ਪਾ ਰਿਹਾ ਛੋਟਾ ਜ਼ਿਮੀਂਦਾਰ, ਜਿਨ੍ਹਾਂ ਦੀਆਂ ਜਾਨਾਂ ਗਈਆਂ ਉਹਦੇ ਵਿੱਚੋਂ ਤਕਰੀਬਨ 90% 3 ਖੇਤਾਂ ਤੋਂ ਘੱਟ ਵਾਲੇ ਜ਼ਿਮੀਂਦਾਰ ਹੀ ਸਾਰੇ। ਸੋ ਅੱਜ ਅਸੀਂ ਸਾਧ ਸੰਗਤ ਜੀ ਜੋ ਆਪ ਜੀ ਦੀ ਦਸਵੰਧ ਜੋ ਆਪ ਜੀ ਨੇ ਸੰਗਤ ਟਰਸਟ ਨੂੰ ਭੇਜਿਆ ਸੀ, ਉਹ ਅੱਜ 74ਵਾਂ ਪਰਿਵਾਰ ਹੈ ਜਿੱਥੇ ਅਸੀਂ ਪਹੁੰਚੇ ਹਾਂ। ਸੋ ਉਮੀਦ ਹੈ ਕਿ ਕੁਛ ਥੋੜ੍ਹੇ ਦਿਨ ਸਾਨੂੰ ਆਫ ਕਰਨੇ ਪਏ, ਕੁਛ ਰੀਜਨ ਸਨ, ਅਤੇ ਇਸ ਕਰਕੇ ਨਹੀਂ ਤਾਂ ਅਸੀਂ 100 ਜੋ ਆਪ ਸੰਗਤਾਂ ਨੂੰ ਦੱਸਿਆ ਸੀਗਾ ਉਨੀ ਮਾਇਆ ਇੱਥੇ ਪਹੁੰਚੀ ਹੋਈ ਸੀ। ਅਸੀਂ ਉਹ ਆਪ ਜੀ ਦੀ ਸੰਗਤ ਦਾ ਸੁਨੇਹਾ
ਪਰਿਵਾਰਾਂ ਤੱਕ ਪਹੁੰਚਾਉਣਾ ਸੀ। ਪਰ ਮੇਰੀ ਇਹ ਬੇਨਤੀ ਆ, ਕੱਲ ਭਾਈ ਜੀਤ ਸਿੰਘ ਜੀ ਵੀ ਦੱਸਦੇ ਸੀ ਵੀ ਸੰਘਰਸ਼ ਪ੍ਰਤੀ ਥੋੜ੍ਹੀ ਢਿੱਲਿਆ, ਪਰ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਵੀ ਅਸਲ ਦੇ ਵਿੱਚ ਸੰਗਤਾਂ ਵੀ ਕੀ ਕਰਨ, ਸਾਰੇ ਜਿੰਨੇ ਵੀ ਚੈਨਲ ਆ ਸਾਰੇ ਮਾਇਆ ਇਕੱਠੀ ਕਰਨ ਲੱਗੇ ਹੋਏ ਆ। ਔਰ ਸੰਗਤਾਂ ਉਹ ਧਾਨੀ ਹਨ ਜਿਹੜੀਆਂ ਅੱਜ ਕੱਲ੍ਹ ਪ੍ਰੋਗਰਾਮ ਬਹੁਤ ਘੱਟ ਆਉਂਦੇ ਆ ਤੇ ਮਾਇਆ ਮੰਗਣ ਦਾ ਸਮਾਂ ਟੈਲੀਵਿਜ਼ਨਾਂ 'ਤੇ ਜ਼ਿਆਦਾ ਚੱਲ ਰਿਹਾ। ਪਰ ਮੈਂ ਇਹ ਬੇਨਤੀ ਕਰਾਂਗਾ ਸਾਧ ਸੰਗਤ ਜੀ ਨੂੰ ਵੀ ਸੰਗਤ ਟਰਸਟ ਵੱਲੋਂ ਜੋ ਵੀ ਆਪ ਜੀ ਦਾ ਦਿੱਤਾ ਹੋਇਆ ਹੈ ਉਹਦਾ ਕਲੀਅਰ ਸਾਰਾ ਆਪ ਸੰਗਤਾਂ ਤੱਕ ਅਸੀਂ ਜਾਣਕਾਰੀ ਦੇਵਾਂਗੇ। ਮੇਰੀ ਕੋਸ਼ਿਸ਼ ਆ ਵੀ ਇਹ ਸਾਰੇ ਕਿਸਾਨ ਭਰਾਵਾਂ ਦੀ ਜਿਹੜੀ ਮਾਲੀ ਹਾਲਤ ਵੀ ਤੇ ਵੀਡੀਓਜ਼ ਵੀ ਲਿਖਤੀ ਤੌਰ ਤੇ ਵੀ ਜੋ ਅਸੀਂ ਕਰਦੇ ਆ, ਨੋਟ ਕਰਦੇ ਆ ਵੀ ਮੌਤ ਦਾ ਕਾਰਨ ਕੀ ਬਣਿਆ, ਘਰ ਦੀ ਹਾਲਾਤ ਕੀ ਆ। ਜਿਸ ਤਰ੍ਹਾਂ ਇਸ ਘਰ ਵਿੱਚ ਅਸੀਂ ਆਏ ਆ, ਇਸ ਭਾਈ ਜੈ ਸਿੰਘ ਦੇ 3 ਬੱਚੇ ਆ, 15 ਸਾਲ 13 ਸਾਲ 10 ਸਾਲ। ਉਹ ਬੱਚਿਆਂ ਨੂੰ ਵਿੱਦਿਆ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਔਰ ਜਿਸ ਤਰ੍ਹਾਂ ਅਕਾਲ ਅਕੈਡਮੀਜ਼ ਸ੍ਰੀ ਗੁਰੂ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਅਨਾਉਂਸਮੈਂਟ ਕੀਤੀ ਜਾ ਚੁੱਕੀ ਆ, ਸਟੇਜਾਂ ਤੋਂ ਵੀ, ਅਖਬਾਰਾਂ 'ਚ ਵੀ, ਸੋਸ਼ਲ ਮੀਡੀਆ 'ਤੇ ਵੀ। ਮੈਂ ਆਪਣੇ ਸੰਗਤ ਟੀਵੀ ਦੇ ਮਾਧਿਅਮ ਰਾਹੀਂ ਵੀ ਉਹਨਾਂ ਨੂੰ ਬੇਨਤੀ ਵੀ ਕਰਦਾ ਹਾਂ ਤੇ ਵੀ ਇਹ ਜਿੰਨੇ ਵੀ ਬੱਚੇ ਹਨ ਅੱਜ ਦੇ ਸਾਡੇ ਜੋ ਅਸੀਂ ਸੇਵਾ ਵਿੱਚ ਨਿਕਲੇ ਸੀ, ਜ਼ਿਲ੍ਹਾ ਬਠਿੰਡਾ ਵਿੱਚ 9 ਪਰਿਵਾਰਾਂ ਵਿੱਚ ਗਏ ਹਾਂ। ਤਕਰੀਬਨ ਅਸੀਂ ਅੱਜ 3 2 5 ਕੋਈ 8 ਬੱਚੇ 8 ਤੋਂ 10 ਬੱਚੇ ਬਠਿੰਡੇ ਵਿੱਚ ਹਨ। ਔਰ ਏਡੇ ਵੱਡੀ ਸੰਸਥਾ ਵਾਸਤੇ ਬਹੁਤ ਮਾਮੂਲੀ ਗੱਲ ਆ। ਔਰ ਮੈਨੂੰ ਪੂਰੀ ਉਮੀਦ ਆ ਕਿ ਉਹ ਜੋ ਉਹਨਾਂ ਨੇ ਵਚਨ ਕੀਤਾ ਸੰਗਤਾਂ ਦੇ ਵਿੱਚ ਕਿ ਅਸੀਂ ਬੱਚੇ ਪੜ੍ਹਾਵਾਂਗੇ ਜਿੰਨੀ ਵੀ ਵਿੱਦਿਆ ਲੈਣੀ ਚਾਹੁਣ। ਤੇ ਅਸੀਂ ਸਾਰਿਆਂ ਨੂੰ ਘਰ ਘਰ ਇਹੋ ਸੁਨੇਹਾ ਵੀ ਦਿੰਦੇ ਹਾਂ। ਔਰ ਜਿੱਥੇ ਕਿਤੇ ਅਕਾਲ ਅਕੈਡਮੀ ਨਹੀਂ ਹੈ ਉਹਨੂੰ ਨੋਟ ਵੀ ਕਰਦੇ ਹਾਂ। ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਨਹੀਂ ਹੈ, ਉਹ ਹਰਿਆਣੇ ਦੇ ਵਿੱਚ ਸੰਗਤ ਐਜੂਕੇਸ਼ਨ ਦਾ ਜੋ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਉਹਦੇ ਰਾਹੀਂ ਉਹਨਾਂ ਬੱਚਿਆਂ ਨੂੰ ਪੜ੍ਹਾਉਣ ਦਾ ਆਪ ਸੰਗਤਾਂ ਦੀ ਹੀ ਮਦਦ ਨਾਲ ਇਹ ਕੰਮ ਕਾਰਜ ਕੀਤਾ ਜਾਊਗਾ। ਸੋ ਜਿੱਥੇ ਜਿੱਥੇ ਅਕਾਲ ਅਕੈਡਮੀਜ਼ ਹੈਗੀਆਂ ਉਹ ਜ਼ਿੰਮੇਵਾਰੀ ਸ੍ਰੀ ਕਲਗੀਧਰ ਟਰੱਸਟ ਦੀ ਬਣਦੀ ਹੈ ਕਿ ਉਹਨਾਂ ਬੱਚਿਆਂ ਦੀ ਇਹ ਜੋ ਐਜੂਕੇਸ਼ਨ ਹੈ ਉਹਨਾਂ ਨੂੰ ਜ਼ਰੂਰ ਮਿਲ ਸਕੇ। ਉਹਨਾਂ ਜਿਸ ਤਰ੍ਹਾਂ ਹੁਣ ਅੱਜ ਆਏ ਆ, ਅੱਜ ਵੀ ਵੱਡਾ ਭਰਾ ਸੰਘਰਸ਼ ਵਿੱਚ ਟਿਕਰੀ ਬਾਰਡਰ ਤੇ ਬੈਠਾ। ਛੋਟੇ ਭਰਾ ਦੀ ਜ਼ਿੰਦਗੀ ਲੈ ਕੇ ਲੱਗ ਗਈ, ਵੱਡਾ ਅੱਜ ਵੀ ਬਾਰਡਰ ਤੇ ਬੈਠਾ। ਸੋ ਇਹ ਸੰਘਰਸ਼ ਇੰਨਾ ਪਵਿੱਤਰ ਆ ਕਿ ਉਹਦੇ ਬਾਰੇ ਕਹਿਣ ਲੱਗਿਆਂ ਲਫ਼ਜ਼ ਨਹੀਂ ਹੁੰਦੇ, ਮਨ ਭਰ ਜਾਂਦਾ ਇਹਨਾਂ ਕਿਸਾਨਾਂ ਦੀ ਤਪੱਸਿਆ ਦੇਖ ਕੇ। ਇਸ ਤਪੱਸਿਆ ਨੂੰ ਇੱਕ ਨਮਸਕਾਰੀ ਕੀਤੀ ਜਾ ਸਕਦੀ ਹੈ, ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਿਸਾਨ ਲੜ ਰਹੇ ਨੇ, ਇਹ ਬਹੁਤ ਹੀ ਪਵਿੱਤਰ ਹੈ। ਇਹਨਾਂ ਦੀ ਤਪੱਸਿਆ ਨੂੰ ਨਮਸਕਾਰੀ ਕੀਤੀ ਜਾ ਸਕਦੀ, ਬਿਆਨ ਨਹੀਂ ਕੀਤਾ ਜਾ ਸਕਦਾ। ਦੁਬਾਰਾ ਫਿਰ ਮੈਂ ਇਹ ਕਹਾਂਗਾ ਵਿਦੇਸ਼ ਵਾਸਤੇ ਸਾਡੇ ਨੌਜਵਾਨ ਵੀਰ ਜਾਂ ਹੋਰ ਜਿਹੜੇ ਕਿ ਪੂਰੀ ਜਾਣਕਾਰੀ ਨਹੀਂ ਰੱਖਦੇ ਔਰ ਸਰਕਾਰ ਦੇ ਸ਼ੋਸ਼ੇ ਜੋ ਇਸ ਸੰਘਰਸ਼ ਨੂੰ ਫੇਲ ਕਰਨ ਲਈ ਲੱਗੇ ਹੋਏ ਨੇ, ਬਹੁਤ ਵੱਡੀ ਪੱਧਰ 'ਤੇ ਸਦਾ ਹੀ ਸਾਡੇ ਸਾਰੇ ਸੰਘਰਸ਼ਾਂ ਨਾਲ ਇਸ ਤਰ੍ਹਾਂ ਹੁੰਦਾ ਆਇਆ ਕਿ ਇਹਨਾਂ ਦੀ ਸੋਚ ਔਰ ਇਹਨਾਂ ਦੀ ਸ਼ਕਤੀ ਇਹਨੂੰ ਇਕੱਠਿਆਂ ਨਾ ਹੋਣ ਦਿੱਤਾ ਜਾਵੇ, ਇਹਦਾ ਸੁਮੇਲ ਨਾ ਹੋ ਜਾਵੇ। ਸਾਡੇ ਸਾਰੇ ਸੰਘਰਸ਼ਾਂ ਵਿੱਚ ਇਸ ਚੀਜ਼ ਨੂੰ ਪਾੜ ਦਿੱਤਾ ਗਿਆ ਜਿਹਦੇ ਕਰਕੇ ਸਾਡੀ ਕੌਮ ਦੇ ਬਹੁਤ ਨੁਕਸਾਨ ਹੋਏ। ਔਰ ਇਹ ਜੋ ਕਿਸਾਨੀ ਸੰਘਰਸ਼ ਆ ਇਹਦੀ ਵੀ ਜਿਹੜੀ ਤਾਕਤ ਆ ਉਹ ਸਾਡੇ ਨੌਜਵਾਨ ਆ। ਔਰ ਪਹਿਲੇ ਦਿਨ ਤੋਂ ਹੀ ਸਰਕਾਰ ਦੀ ਇਹ ਕੋਸ਼ਿਸ਼ ਰਹੀ ਆ ਕਿ ਇਹਨਾਂ ਦੀ ਜਿਹੜੀ ਤਾਕਤ ਆ ਇਹਨੂੰ ਵੱਖ ਕਰ ਦਿੱਤਾ ਜਾਵੇ। ਇੱਥੇ ਤੱਕ ਬਹੁਤ ਹੀ ਘਟੀਆ ਪ੍ਰਚਾਰ ਕਿਸਾਨੀ ਲੀਡਰਾਂ ਬਾਰੇ ਕੀਤਾ ਗਿਆ ਕਿ ਇਹਨਾਂ ਨੇ ਆਹ ਬਣਾ ਲਿਆ। ਹੁਣ ਜਦੋਂ ਮੈਂ ਧੰਨਵਾਦ ਕਰਦਾ ਉਹਨਾਂ ਸੋਸ਼ਲ ਮੀਡੀਆ ਦੇ ਚੈਨਲਾਂ ਦਾ ਜਿਨ੍ਹਾਂ ਨੇ ਕਿ ਉਗਰਾਹਾਂ ਜੀ ਦੇ ਘਰ ਜਾ ਕੇ, ਟਕੈਤ ਜੀ ਦੇ ਘਰ ਜਾ ਕੇ
ਤੇ ਚਨੂਨੀ ਜੀ ਘਰ ਜਾ ਕੇ, ਭਾਈ ਰਾਜੇਵਾਲ ਜੀ ਦੇ ਘਰ ਜਾ ਕੇ ਉਹਨਾਂ ਦੇ ਸਾਰੇ ਆਰਥਿਕ ਪੱਖ ਸਾਰੇ ਦਿਖਾਲੇ ਆ। ਤੇ ਮੇਰੇ ਖਿਆਲ ਵਿੱਚ ਜਿਨ੍ਹਾਂ ਨੇ ਇੰਨਾ ਕੂੜ ਪ੍ਰਚਾਰ ਕੀਤਾ ਸੀ ਉਹਨਾਂ ਨੂੰ ਆਪਣੇ ਆਪ ਹੀ ਕਿੰਨੀ ਉਹਨਾਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੋਏਗੀ। ਹਾਲੇ ਤੱਕ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੋਂ ਤੁਰੇ ਸੀ ਉੱਥੇ ਹੀ ਉਹ ਖੜੇ ਆ। ਇੱਕ ਸਟੈਪ ਵੀ ਇਹਨਾਂ ਲੀਡਰਾਂ ਨੇ ਪਿੱਛੇ ਨਹੀਂ ਕੀਤਾ। ਸਾਨੂੰ ਭਰੋਸਾ ਕਰਨਾ ਚਾਹੀਦਾ, ਅਰਦਾਸ ਕਰਨੀ ਚਾਹੀਦੀ ਕਿ ਮਹਾਰਾਜ ਇਹਨਾਂ ਨੂੰ ਹੋਰ ਹਿੰਮਤ ਬਖਸ਼ੋ, ਇਹਨਾਂ ਨੂੰ ਏਕਤਾ ਬਖਸ਼ੋ। ਸਾਡੀ ਇਹੋ ਬਾਹਰ ਬੈਠਿਆਂ ਦੀ ਸਾਡੀ ਇੰਨੀ ਕੁ ਅਰਦਾਸ ਚਾਹੀਦੀ ਆ, ਨਾ ਕਿ ਅਸੀਂ ਪੋਸਟਾਂ ਪਾ ਪਾ ਕੇ ਇੱਕ ਦੂਜੇ ਨੂੰ ਕਿਸੇ ਨੂੰ ਉੱਚਾ ਤੇ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰੀਏ। ਸਾਡਾ ਜੋ ਫਰਜ਼ ਬਣਦਾ, ਵਿਦੇਸ਼ਾਂ ਤੋਂ ਸੰਗਤਾਂ ਨੇ ਬਹੁਤ ਮਾਇਆ ਵਿੱਚ ਹੈਲਪ ਕੀਤੀ ਆ ਔਰ ਜਿੱਥੇ ਵੀ ਗਏ ਆ ਵਿਦੇਸ਼ਾਂ ਦੀਆਂ ਸੰਗਤਾਂ ਦਾ ਉਹ ਬਹੁਤ ਬਹੁਤ ਧੰਨਵਾਦ ਕਰਦੇ ਆ। ਬਿਲਕੁਲ। ਖਾਸ ਕਰਕੇ ਦੁਆਬੇ ਤੋਂ NRIs ਬਹੁਤ ਆ। ਉਹ ਕਹਿੰਦੇ ਜੇ ਤੁਹਾਡੇ ਵੱਲੋਂ ਪ੍ਰਾਣੀਆਂ ਦੇ ਪ੍ਰਤੀ, ਕਿਉਂਕਿ ਪਿੰਡਾਂ ਵਿੱਚ ਬਹੁਤ ਘੱਟ ਪ੍ਰਾਣੀ ਹੈਗੇ, ਵਿਦੇਸ਼ਾਂ ਵਿੱਚ ਜ਼ਿਆਦਾ ਵਸਦੇ ਆ, ਪਰ ਤੁਸੀਂ ਮਾਇਕ ਤੌਰ ਤੇ ਜਿਹੜੀ ਫਾਈਨੈਂਸ਼ੀਅਲੀ ਜੋ ਸਪੋਰਟ ਕੀਤੀ ਆ ਉਹਦੇ ਬਹੁਤ ਰਿਣੀ ਆ ਇਹ ਸੰਘਰਸ਼ ਜਿੰਨੀਆਂ ਵੀ ਸੰਸਥਾਵਾਂ ਨੇ। ਪਰ ਮੈਂ ਦੁਬਾਰਾ ਫਿਰ ਬੇਨਤੀ ਕਰਾਂਗਾ ਕਿ ਸੌਖ ਤੱਕ ਅਸੀਂ 2-4 ਦਿਨਾਂ ਵਿੱਚ ਇਹ ਆਪ ਜੀ ਦੀ ਦਿੱਤੀ ਮਾਇਆ ਪਹੁੰਚਾ ਦੇਣੀ ਆ। ਮੈਨੂੰ ਪੂਰੀ ਉਮੀਦ ਆ ਕਿ ਜੇ 200 ਹੋ ਗਿਆ, 250 ਹੋ ਗਿਆ, ਉਹ ਵੀ ਸੰਗਤਾਂ ਨੇ ਪੂਰਾ ਕਰਨਾ। ਜਿੱਦਾਂ ਜਿੱਦਾਂ ਸੰਗਤਾਂ ਸੇਵਾ ਭੇਜੀ ਜਾਣਗੀਆਂ ਅਸੀਂ ਇਹ ਕਿਸਾਨਾਂ ਦੇ ਘਰਾਂ ਤੱਕ ਆਪ ਸੰਗਤਾਂ ਦੀ ਦਿੱਤੀ ਹੋਈ ਮਾਇਆ ਪਹੁੰਚਦੀ ਕਰੀ ਚੱਲਾਂਗੇ। ਪਰ ਇੱਕ ਮੈਂ ਦੁਬਾਰਾ ਫਿਰ ਬੇਨਤੀ ਕਰਾਂਗਾ ਵੀ ਇਸ ਸੰਘਰਸ਼ ਵਾਸਤੇ ਸਾਰੇ ਸੰਗਤਾਂ ਅਰਦਾਸ ਕਰਿਆ ਕਰੋ ਇਹਨਾਂ ਦੀ ਏਕਤਾ ਦੀ, ਇਹਨਾਂ ਦੀ ਚੜ੍ਹਦੀ ਕਲਾ ਦੀ, ਕਿ ਇਹ ਜਲਦੀ ਤੋਂ ਜਲਦੀ ਆਪਣੇ ਘਰਾਂ ਵਿੱਚ ਵਾਪਸ ਆਉਣ। ਪਰ ਕਿਸਾਨਾਂ ਦਾ ਜਿਗਰਾ ਹੈ, ਠੰਡ ਦੇ ਵਿੱਚ ਤਾਂ ਇੱਕ ਕੰਬਲ ਦੀ ਜਗ੍ਹਾ 2 ਲੈ ਕੇ ਸੌਂ ਜਾਏਗਾ, ਗਰਮੀ ਦੇ ਵਿੱਚ ਉੱਥੇ ਰਾਤਾਂ ਕੱਟਣੀਆਂ, ਮੱਛਰ ਵਿੱਚ ਰਾਤਾਂ ਕੱਟਣੀਆਂ, ਖਾਣਾ ਗਰਮੀ ਵਿੱਚ ਕਿੰਨੀ ਜਲਦੀ ਖਰਾਬ ਹੋ ਜਾਂਦਾ, ਕਿੰਨਾ ਜਿਹੜਾ ਕਿ ਹੈਲਥ ਦੇ ਪੱਖ ਤੋਂ ਖਤਰੇ ਹੁੰਦਾ ਹੈ। ਸੋ ਬਰਸਾਤਾਂ ਵੀ ਆਉਣਗੀਆਂ, ਸੋ ਮਹਾਰਾਜ ਕਿਰਪਾ ਕਰਨ ਉਹਨਾਂ ਨੂੰ ਆਉਂਦਾ ਹੀ ਉਹਨਾਂ ਦਾ ਹੌਸਲੇ ਉਸੇ ਤਰ੍ਹਾਂ ਬੁਲੰਦੇ ਆ। ਉਹਨਾਂ ਨੇ ਕਿੱਦਾਂ ਆਪਣੇ ਛੰਨਾ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਹੀ ਮੈਂ ਗੱਲ ਕਰ ਰਿਹਾ ਸੀ ਟਕੈਤ ਸਾਹਿਬ ਦੇ ਨਾਲ ਹੁੰਦੇ ਉਹਨਾਂ ਦੇ PA ਭਾਈ ਵਿਸ਼ਾਲ ਸਿੰਘ, ਉਹ ਕਹਿੰਦੇ ਅਸੀਂ ਬੰਗਾਲ ਗਏ ਸੀ, ਪਹਿਲਾਂ ਉਹਨਾਂ ਨੇ ਕਾਰੀਗਰ ਇੱਥੋਂ ਨੇਪਾਲ ਤੋਂ ਮੰਗਾਏ ਆ ਤੇ ਉਹਨਾਂ ਦਾ ਮਟੀਰੀਅਲ ਆਪਾਂ ਸੰਗਤ ਟਰਸਟ ਵੱਲੋਂ ਦੇਣਾ ਸਾਰਾ, ਤੇ ਮਿਹਨਤ ਵੀ ਦੇਣੀ ਆ ਵੀ ਤੁਸੀਂ ਜਿੰਨੇ ਬਣਾ ਸਕਦੇ ਬਣਾ ਲਓ। ਪਰ ਉਹਨਾਂ ਨੇ ਹੁਣ ਬੰਗਾਲ ਗਏ ਸੀ, ਉੱਥੇ ਵੀ ਉਹ ਕਿਸਾਨ ਉੱਥੇ ਵੀ ਇਹ ਕੰਟਰੈਕਟ ਕਰਕੇ ਆਏ ਆ ਉੱਥੇ ਦੇ ਕਾਰੀਗਰਾਂ ਦੇ ਨਾਲ ਵੀ ਤੁਸੀਂ ਵੀ ਆ ਜਾਓ, ਸਾਨੂੰ ਜ਼ਿਆਦਾ ਘਰਾਂ ਦੀ ਲੋੜ ਆ ਉੱਥੇ। ਅੱਛਾ ਜੀ। ਹਾਂਜੀ, ਬੰਗਾਲ ਦੇ ਵਿੱਚ। ਹਾਂਜੀ, ਤੇ ਬਾਂਸ ਦਾ ਵੀ ਉਹਨਾਂ ਨੇ ਡੀਲਸ ਮਾਰੀਆਂ। ਸੋ ਕਿਸਾਨ ਆਪਣੇ ਸਮਰ ਦੀ ਤਿਆਰੀ ਪੂਰੀ ਦੇ ਵਿੱਚ ਜੁਟੇ ਹੋਏ ਆ। ਸੋ ਆਪਣਾ ਫਰਜ਼ ਬਣਦਾ ਕਿ ਆਪਾਂ ਉਹਨਾਂ ਨੂੰ ਜੋ ਫਾਈਨੈਂਸ਼ੀਅਲ ਮਦਦ ਵਿਦੇਸ਼ਾਂ ਦੀਆਂ ਸੰਗਤਾਂ ਪਹਿਲਾਂ ਦਿੰਦੀਆਂ ਰਹੀਆਂ, ਜਿਸ ਤਰ੍ਹਾਂ ਉਹ ਡਟੇ ਹੋਏ ਆ, ਆਪਾਂ ਵੀ ਉਸੇ ਤਰ੍ਹਾਂ ਵਿਦੇਸ਼ਾਂ ਵਾਲੇ ਸਾਰੇ ਵਸਦੀ ਸਿੱਖ ਸੰਗਤ ਜਿੰਨੀ ਆ ਆਪਾਂ ਇਸ ਸੰਘਰਸ਼ ਵਿੱਚ ਹਿੱਸਾ ਪਾਉਂਦੇ ਜਾਈਏ। ਉਹ ਦਿਨ ਦੂਰ ਨਹੀਂ ਜਦ ਇਸ ਦਾ ਫਾਇਦਾ, ਇਸ ਸੰਘਰਸ਼ ਦੀ ਜਿੱਤ ਦਾ ਫਾਇਦਾ ਪੰਜਾਬ ਦੇ ਕਿਸਾਨ ਨੂੰ ਨਹੀਂ, ਹਰਿਆਣੇ ਨੂੰ, ਯੂਪੀ ਨੂੰ, ਭਾਰਤ ਦੇ ਕਿਸਾਨਾਂ ਨੂੰ ਇਕੱਲਿਆਂ ਨੂੰ ਫਾਇਦਾ ਨਹੀਂ ਹੋਣਾ। ਦੇਖੋ ਫਰਾਂਸ ਦੇ ਵਿੱਚ ਪਤਾ ਲੱਗਾ ਉਹਨਾਂ ਨੇ MSP ਬਹੁਤ ਸਾਰੀਆਂ ਕਿਸਾਨੀ ਉਤਪਾਦਕਾਂ ਦੇ ਉੱਤੇ ਉਹਨਾਂ ਨੇ ਲਾ ਵੀ ਦਿੱਤੀ ਹੈ। ਔਰ ਅਫਰੀਕਾ ਦੇ ਵਿੱਚ ਕਿਸਾਨ ਇਸ ਸੰਘਰਸ਼ ਦੇ ਵਾਸਤੇ ਉਹ ਆਪਣੀਆਂ ਸਰਕਾਰਾਂ ਨੂੰ ਕਹਿ ਰਹੇ ਆ। ਸਭ ਤੋਂ ਬੁਰੀ ਹਾਲਤ ਅਫਰੀਕਾ ਦੇ ਕਿਸਾਨਾਂ ਦੀ ਹੈ ਦੁਨੀਆ ਤੇ, ਹੋਰ ਵੀ ਕਿੰਨੇ ਮੁਲਕ ਨੇ। ਸੋ ਇਹ ਸੰਘਰਸ਼ ਜਿਹੜਾ ਹੈ ਇਹਦੇ ਨਾਲ ਕਿਸਾਨਾਂ ਦਾ, ਭਾਰਤੀ ਕਿਸਾਨਾਂ ਦਾ ਜਿੰਨਾ ਮਾਣ ਹੋਣਾ, ਪਰ ਸਭ ਤੋਂ ਵੱਧ ਇਹ ਸਿੱਖਾਂ ਦੀ ਸ਼ਾਨ ਬਣਨੀ ਹੈ। ਸਿੱਖੀ ਦੀ ਜਿਹੜੀ ਸ਼ਾਨ ਇਸ ਕੋਵਿਡ ਵਿੱਚ ਆਪਾਂ ਸਾਰਿਆਂ ਨੇ ਸੇਵਾ ਕਰਕੇ ਮਾਣ ਪ੍ਰਾਪਤ ਕੀਤਾ। ਗੁਰੂ ਸਾਹਿਬਾਂ ਦੇ ਮਿਸ਼ਨ ਨੂੰ ਆਪਾਂ ਸੰਗਤਾਂ ਨੇ ਲੋਕਾਂ ਤੱਕ, ਦੁਨੀਆ ਤੱਕ, ਇੱਥੇ ਤੱਕ ਅਮਰੀਕਾ ਦਾ ਰਾਸ਼ਟਰਪਤੀ ਕਹਿਣ ਡਿਆ ਕਿ ਹਰ ਦੇਸ਼ ਵਿੱਚ ਸਿੱਖ ਚਾਹੀਦਾ, ਹਰ ਦੇਸ਼ ਵਿੱਚ ਗੁਰਦੁਆਰਾ ਚਾਹੀਦਾ। ਸੋ ਇਹ ਜੋ ਕਿਸਾਨੀ ਹੈ, ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਹਲ ਚਲਾਇਆ ਸੀ, ਇਹ ਜਿਹੜਾ ਸੁਨੇਹਾ ਗੁਰੂ ਨਾਨਕ ਸਾਹਿਬ ਜੀ ਦਾ
ਖੇਤੀ ਦਾ ਇਸ ਸੰਘਰਸ਼ ਵਿੱਚ ਵੀ ਸਾਰੀ ਦੁਨੀਆ ਯਾਦ ਕਰੇਗੀ ਸਿੱਖਾਂ ਨੂੰ ਕਿ ਇਹਨਾਂ ਨੇ ਇਸ ਸੰਘਰਸ਼ ਦੇ ਕਰਕੇ ਕਿਸਾਨਾਂ ਦੀ ਜਿਹੜੀ ਜ਼ਿੰਦਗੀ ਹੈ, ਜੂਨ ਹੈ, ਉਹਨੂੰ ਬਹੁਤ ਭਵਿੱਖ ਨੂੰ ਉਜਲਾ ਬਣਾਇਆ। ਕਿਸਾਨ ਬਹੁਤ ਰੁਲ ਰਿਹਾ ਇੱਥੇ। ਸੋ ਆਪਣਾ ਜਿਹੜਾ ਆਪਾਂ ਫਰਜ਼ ਹੈ ਆਪਾਂ ਇਸ ਨੂੰ ਜਾਰੀ ਰੱਖੀਏ। ਔਰ ਦੁਬਾਰਾ ਮੈਂ ਜਿਹੜੀਆਂ ਸੰਗਤਾਂ ਉੱਥੋਂ ਸੇਵਾ ਭੇਜਦੀਆਂ ਉਹਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਕਈ ਵਾਰੀ ਬੱਚਿਆਂ ਨੂੰ ਕੋਈ ਚੀਜ਼ ਲੈ ਕੇ ਨਹੀਂ ਦਿੰਦੀਆਂ ਸੰਗਤਾਂ, ਪਰ ਜਦੋਂ ਕੋਈ ਮੂਹਰੇ ਟੈਲੀਵਿਜ਼ਨ 'ਤੇ ਕੋਈ ਗੱਲ ਆਉਂਦੀ ਆ ਤੇ ਉਸ ਵੇਲੇ ਫੋਨ ਕਰਕੇ ਮਾਇਆ ਭੇਜ ਦਿੰਦੀਆਂ, ਦੇ ਦਿੰਦੀਆਂ। ਪਰ ਮੈਂ ਸਾਰੇ ਹੀ ਮੀਡੀਆ ਨੂੰ ਬੇਨਤੀ ਕਰਦਾ ਕਿ ਆਪਣਾ ਇਹ ਫਰਜ਼ ਬਣਦਾ ਆਪਾਂ ਇਹਦੇ ਵਿੱਚ ਪਾਰਦਰਸ਼ਤਾ ਦਿਖਾ ਲਈਏ, ਕਦੀ ਸੰਗਤਾਂ ਦੇ ਮਨਾਂ ਨੂੰ ਠੇਸ ਨਾ ਪੁੱਜੇ। ਇਹ ਜਿਹੜੀ ਮਾਇਆ ਜਿਸ ਕਾਰਜ ਲਈ ਸੰਗਤਾਂ ਦਿੰਦੀਆਂ ਉਸੇ ਲਈ ਹੀ ਸਾਰੇ ਲਾਉਣ ਤੇ ਇਹ ਜਿਹੜੀ ਇਸ ਸੰਘਰਸ਼ ਦੀ ਜਿਹੜੀ ਰੂਪ ਰੇਖਾ ਆ ਔਰ ਹੋਰ ਵਧੀਆ ਬਣੇ ਔਰ ਫਿਊਚਰ ਦੇ ਵੀ ਜਿਹੜੇ ਪ੍ਰੋਜੈਕਟ ਆ ਇਹ ਸੰਗਤਾਂ ਦੇ ਸਿਰ ਤੇ ਲਿਖੇ ਜਾਂਦੇ ਆ ਤੇ ਉਹ ਵਧੀਆ ਹੋਰ ਵੀ ਕਾਰਜ ਹੋ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੜੀ ਵਿਸਥਾਰ ਦੇ ਵਿੱਚ ਭਾਈ ਰਣਜੀਤ ਸਿੰਘ ਹੋਰਾਂ ਨੇ ਵਿਚਾਰ ਸਾਂਝੇ ਕੀਤੇ ਨੇ। ਸੋ ਸਾਡੇ ਨਾਲ ਸਰਦਾਰ ਜੈ ਸਿੰਘ ਬਰਾੜ ਜੀ, ਉਹਨਾਂ ਦੇ ਮੈਂ ਭੁੱਲ ਗਿਆ, ਹਾਂਜੀ, ਕਿਸਾਨ ਯੂਨੀਅਨ ਦੇ ਭਾਈ ਸਾਹਿਬ, ਮੈਂ ਤੁਰਿਆ ਆਉਂਦਿਆਂ ਉੱਥੇ ਰੋਕ ਕੇ ਇਹਨਾਂ ਨੂੰ ਬੇਨਤੀ ਕੀਤੀ। ਨਾਲ ਇਹਨਾਂ ਦੇ ਦੂਜੇ ਭਾਈ ਸਾਹਿਬ ਹਾਂਜੀ ਇੱਧਰ ਬੈਠੇ ਆ, ਇੱਕ ਆ ਬੈਠੇ ਸਾਡੇ ਨਾਲ ਕਿਸਾਨ, ਇਹ ਸਵੇਰ ਤੋਂ ਸਾਡੇ ਨਾਲ ਆ। ਅਸੀਂ ਇਹਨਾਂ ਨੂੰ ਕੋਈ ਫੋਨ ਨਹੀਂ ਕੀਤਾ ਸੀ। ਇਹ ਰਿਲਾਇੰਸ ਦਾ ਪੈਟਰੋਲ ਪੰਪ ਚੱਲਣ ਤੋਂ ਉੱਥੇ ਧਰਨਾ ਲਾ ਕੇ ਬੈਠੇ ਸੀ ਤੇ ਮੈਂ ਉੱਥੇ ਰੁਕਿਆ ਤੇ ਮੈਂ ਬੇਨਤੀ ਕੀਤੀ, ਕਹਿੰਦੇ ਅਸੀਂ ਤੁਹਾਡੇ ਨਾਲ ਚੱਲਦੇ ਹਾਂ। ਤੇ ਸਵੇਰ ਤੋਂ ਹੁਣ ਰਾਤ ਦੇ ਮੇਰੇ ਖਿਆਲ 9 ਵਜੇ ਵਾਲੇ ਆ। ਇਹ ਅਗਰਾਹਾਂ ਗਰੁੱਪ ਤੋਂ ਉਹਨਾਂ ਦੇ ਨਾਲ ਇਹ ਸਹਿਯੋਗ ਦੇ ਰਹੇ ਆ। ਦਿਨ ਵੇਲੇ ਸਾਡੇ ਨਾਲ ਟਕੌਂਦਾ ਗਰੁੱਪ ਦੇ VC, ਫਿਰ ਵਿੱਚ ਸਾਡੇ ਨਾਲ ਇੱਕ ਹੋਰ ਕਿਹੜਾ ਗਰੁੱਪ ਸੀਗਾ ਜੀ, ਨਹੀਂ ਇੱਕ ਸਿੱਧੂ ਗਰੁੱਪ, ਉਹ ਵੀ ਨਾਲ ਆਏ। ਮੈਂ ਸਾਰੀਆਂ ਹੀ ਯੂਨੀਅਨਾਂ ਦਾ ਧੰਨਵਾਦ ਕਰਦਾ ਹਾਂ ਕਿ ਅਸੀਂ ਤਾਂ ਇਹ ਰਾਹ ਨਹੀਂ ਜਾਣਦੇ ਵੀ ਨਵੇਂ ਏਰੀਏ ਵਿੱਚ ਜਾ ਕੇ, ਕਿਉਂਕਿ ਇਸ ਸਾਡੇ ਕੋਲ ਸਿਰਫ ਨਾਂ ਐਡਰੈਸ ਜਾਂ ਕੋਈ ਟੈਲੀਫੋਨ ਵੀ ਨਹੀਂ ਗਾ ਪਿੰਡਾਂ ਦਾ। ਤੋ ਇਹਨਾਂ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਬਿਲਕੁਲ, ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਵੇਖੋ ਇਸ ਵੇਲੇ ਤੱਕ ਸਰਦਾਰ ਜਰਨੈਲ ਸਿੰਘ ਹੋਰੀ ਸਾਨੂੰ ਨਾਲ ਲੈ ਕੇ ਆਏ ਇੱਥੇ ਤੱਕ। ਸੋ ਅਖੀਰ ਦੇ ਵਿੱਚ ਸਰਦਾਰ ਜੈ ਸਿੰਘ ਦੇ ਫਾਦਰ ਸਾਹਿਬ ਤੋਂ ਅਸੀਂ, ਕਿਉਂਕਿ ਕਾਫੀ ਲੰਬੀ ਸੰਘਰਸ਼ ਦੇ ਬਾਰੇ ਜਿਹੜੀ ਗੱਲ ਹੋਈ ਹੈ, ਅਸੀਂ ਚਾਹਾਂਗੇ ਤੁਸੀਂ ਵੀ ਦੋ ਲਫ਼ਜ਼ ਵਿਦੇਸ਼ਾਂ ਦੀਆਂ ਸੰਗਤਾਂ ਨਾਲ ਸਾਂਝਾ ਕਰਦੇ, ਕਿਸ ਢੰਗ ਦੇ ਨਾਲ ਜਿਹੜਾ ਮੌਜੂਦਾ ਤੌਰ 'ਤੇ ਸੰਘਰਸ਼ ਜਿਹੜਾ ਅੱਗੇ ਵੱਧ ਰਿਹਾ ਉਹਦੇ ਬਾਰੇ ਜਾਣਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸੰਘਰਸ਼ ਇੱਕ ਛੋਟੀ ਜਿਹੀ ਮਤਲਬ ਚਿਣਗ ਤੋਂ ਸ਼ੁਰੂ ਹੋਇਆ ਸੀ, ਇਸ ਵੇਲੇ ਬਹੁਤ ਵੱਡਾ ਮਤਲਬ ਇੱਕ ਤਰ੍ਹਾਂ ਦਾ ਉਹ ਬਣ ਚੁੱਕਿਆ ਵੀ ਜਿਹਨੇ ਮੋਦੀ ਤੱਕ ਹੀ, ਮੈਨੂੰ ਤਾਂ ਇਉਂ ਲੱਗਦਾ ਇਹਨਾਂ ਦੇ ਸੰਘਰਸ਼ ਨੂੰ ਵੇਖ ਕੇ ਵੀ ਇਹ ਦੁਨੀਆ ਭਰ ਦੇ ਵਿੱਚ ਹੀ ਕਿਸਾਨ ਆ ਜਿਹੜਾ ਉਹ ਜਾਗਰੂਕ ਹੋ ਕੇ ਜਿਹੜੀਆਂ ਮੰਗਾਂ ਅੱਜ ਪੰਜਾਬ ਨੂੰ ਸਿਹਰਾ ਜਾ ਰਿਹਾ ਅੱਗੇ ਲੱਗਣ ਦਾ, ਤੇ ਉਹਨੂੰ ਸਹਿਯੋਗ ਦਿੱਤਾ ਹੈ ਹਰਿਆਣਾ, ਰਾਜਸਥਾਨ, ਯੂਪੀ, ਮੱਧ ਪ੍ਰਦੇਸ਼, ਕੀ ਹੁਣ ਤਾਂ ਬੰਗਾਲ, ਉੜੀਸਾ ਤੱਕ ਵੀ ਕਿਸਾਨ ਹੈ ਜਿਹੜੇ, ਮਹਾਰਾਸ਼ਟਰ ਦੇ ਕਿਸਾਨ ਵੀ ਉੱਥੇ ਪਹੁੰਚੇ ਹੈ। ਤੇ ਬਾਕੀ ਹੁਣ ਇਹ ਕਿਸਾਨ ਅੰਦੋਲਨ ਨਹੀਂ ਹੈ, ਇਹ ਜਨ ਅੰਦੋਲਨ ਬਣ ਚੁੱਕਿਆ, ਜਿਹਦੇ ਵਿੱਚ ਕੋਈ ਜਾਤ ਪਾਤ ਦਾ ਮਤਲਬ ਨਹੀਂ ਹੈ, ਕੋਈ ਕਿਸੇ ਕੈਟਾਗਰੀ ਦਾ ਨਹੀਂ ਵੀ ਇਹ ਕਿਸਾਨ ਹੈ, ਇਹ ਮਜ਼ਦੂਰ ਹੈ ਜਾਂ ਇਹ ਉਹ। ਇੱਥੋਂ ਤੱਕ ਵੀ ਜਿਹੜੇ ਸਾਡੀਆਂ ਮੰਡੀਆਂ ਦੇ ਆੜ੍ਹਤੀ ਹੈ ਜਾਂ ਹੋਰ ਕੋਈ ਕਾਰੋਬਾਰ ਵਾਲੇ ਵੀ ਹੈ, ਸਰ ਬੰਦਿਆਂ ਨੇ ਉੱਥੇ ਜਾ ਕੇ ਹਾਜ਼ਰੀ ਲਵਾਉਣਾ। ਜਿਸ ਤਰ੍ਹਾਂ ਅਸੀਂ ਹਜ਼ੂਰ ਸਾਹਿਬ, ਇੱਕ ਸਿੱਖ ਸੋਚਦਾ ਵੀ ਮੈਂ ਇੱਕ ਵਾਰੀ ਹਜ਼ੂਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਾਂ, ਇਸ ਤਰ੍ਹਾਂ ਦੇ ਕਰਨ ਨਾਲ ਮੈਨੂੰ ਐਂ ਲੱਗਦਾ ਵੀ ਕੋਈ ਵੀ ਵਰਗ ਐਸਾ ਨਹੀਂ ਹੈ ਜਿਹੜਾ ਇਹ ਨਹੀਂ ਚਾਹੁੰਦਾ ਵੀ ਮੈਂ ਉੱਥੇ ਦਿੱਲੀ ਬਾਰਡਰ 'ਤੇ ਜਾ ਕੇ ਹਾਜ਼ਰੀ ਲਵਾ ਕੇ ਆਵਾਂ। ਹਰ ਇੱਕ ਦੀ ਸੋਚ ਹੈ ਵੀ ਮੇਰਾ ਵੀ ਉਹਦੇ ਵਿੱਚ ਤਿਲ ਫੁੱਲ ਹੈ ਜਿਹੜਾ ਕੋਈ ਹਿੱਸਾ ਮੇਰਾ ਪਵੇ। ਅਤੇ ਮੈਨੂੰ ਐਂ ਲੱਗਦਾ ਵੀ ਇਹ ਛੇਤੀ ਕੀਤੇ ਤਾਂ ਮੰਨਣ ਵਾਲਾ ਨਹੀਂ ਹੈ, ਪਰ ਇਹ ਕੌਮ ਵੀ ਭੱਜਣ ਵਾਲੀ ਨਹੀਂ ਹੈਗੀ ਹੈ। ਦੂਸਰਾ, ਜਿਹਨੂੰ ਸਾਰਿਆਂ ਦਾ ਸਹਿਯੋਗ ਹੈ, ਸਹਿਯੋਗ ਨਾਲ ਵੀ ਇਹ ਜੰਗ ਜ਼ਰੂਰ ਜਿੱਤੀ ਜਾਊਗੀ ਅਤੇ ਜੰਗ ਜਿੱਤਣੀ ਹਜੇ ਬਾਕੀ ਹੈ। ਪਰ ਇਹ ਕੋਈ ਨਹੀਂ ਹੈਗਾ ਵੀ ਅੱਜ ਤੱਕ ਜਿੰਨੇ ਵੀ ਸੰਘਰਸ਼ ਸਾਡੀਆਂ ਕੌਮਾਂ ਨੇ ਲੜੇ ਹੈ, ਸ਼ੁਰੂ ਤੋਂ ਹੀ ਇਹ ਸਾਡੇ ਹਿੰਦੁਸਤਾਨ ਦੀ ਖੜਗ ਪੁਜਾ ਰਿਹਾ ਹੈ ਪੰਜਾਬ, ਅਤੇ ਅੱਜ ਵੀ ਪੰਜਾਬ ਅੱਗੇ ਲੱਗਿਆ ਹੋਇਆ ਹੈ। ਅਤੇ ਉਮੀਦ ਇਹੀ ਕੀਤੀ ਜਾਂਦੀ ਹੈ
ਵੀ ਇਹ ਸੰਘਰਸ਼ ਜ਼ਰੂਰ ਜਿੱਤੇਗਾ। ਬਾਕੀ ਸਤਿਗੁਰ ਅੱਗੇ ਅਰਦਾਸ ਹੈ ਵੀ ਇਹਨਾਂ ਨੂੰ ਬਲ ਬਖਸ਼ੇ ਔਰ ਇਹਨਾਂ ਨੂੰ ਹਿੰਮਤ ਬਖਸ਼ੇ, ਔਰ ਸੰਗਤਾਂ ਵੀ ਜਿਹੜਾ ਇੰਨਾ ਸਹਿਯੋਗ ਕਰ ਰਹੀਆਂ ਬਾਹਰ ਬੈਠੀਆਂ ਜਾਂ ਕਿਤੇ ਵੀ ਸਾਡੇ ਵੀਰ ਜਿਹੜੇ ਬੈਠੇ ਹੈ, ਜਿਨ੍ਹਾਂ ਨੇ ਸਾਡੇ ਵਰਗਿਆਂ ਨੂੰ ਵੀ ਮਤਲਬ ਜਿਹੜੇ ਕਿਸਾਨੀ ਦੇ ਲੇਖੇ ਲੱਗੇ ਸੀ, ਕਿਸਾਨ ਬੱਚੇ, ਉਹਨਾਂ ਨੂੰ ਇਹਨਾਂ ਨੇ ਪਰਿਵਾਰਾਂ ਨੂੰ ਸਹਿਯੋਗ ਦਿੱਤਾ ਹੈ, ਜਾਂ ਉੱਥੇ ਲੰਗਰ ਦੇ ਵਿੱਚ ਵੀ ਕੀ, ਜਾਂ ਉੱਥੇ ਕੋਈ ਸਮਾਨ ਵਾਸਤੇ ਵੀ ਹਰ ਤਰ੍ਹਾਂ ਦੀ ਮਦਦ ਜਿਹੜੀਆਂ ਸੰਗਤਾਂ ਕਰ ਰਹੀਆਂ। ਬਹੁਤ ਬਹੁਤ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਔਰ ਪ੍ਰਮਾਤਮਾ ਅੱਗੇ ਫਿਰ ਇੱਕ ਵਾਰੀ ਅਰਦਾਸ ਕਰਦਾ ਵੀ ਹੇ ਮੇਰੇ ਸਤਿਗੁਰ, ਸਭ ਨੂੰ ਇੰਨੀ ਹਿੰਮਤ ਬਖਸ਼ ਕਿ ਅਸੀਂ ਸੰਘਰਸ਼ ਜਿੱਤਣ ਤੋਂ ਬਾਅਦ ਹੀ ਵਾਪਸ ਆਈਏ, ਨਹੀਂ ਉੱਥੇ ਹੀ ਲੱਗੀ ਰਹੀਏ। ਸੋ ਬਿਲਕੁਲ ਸੰਘਰਸ਼ ਦੀ ਕਾਮਯਾਬੀ ਦੇ ਵਾਸਤੇ ਅਰਦਾਸ ਹੈ ਜੀ। ਸੋ ਸਾਰੇ ਹੀ ਆਪਾਂ ਫਤਿਹ ਬੁਲਾ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕਰੀਏ। ਮਹਾਰਾਜ ਸਾਨੂੰ ਫਤਿਹ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਪਰਿਵਾਰ ਦੇ ਮੈਂਬਰ ਨੇ ਜੀ, ਜੈ ਸਿੰਘ ਬਰਾੜ ਦੇ ਮਾਤਾ ਜੀ ਦੀ ਪਤਨੀ, ਬੇਟੀਆਂ ਨੇ 2, ਛੋਟਾ ਬੇਟਾ। ਮੈਂ ਸਮਝਦਾ ਕਿ ਬੜਾ ਹੀ ਵੱਡਾ ਇੱਕ ਅਸਹਿ ਸਦਮਾ ਹੁੰਦਾ ਹੈ ਜਿਹੜਾ ਪਰਿਵਾਰ ਨੂੰ ਝੱਲਣਾ ਪੈਂਦਾ, ਪਰ ਫਿਰ ਵੀ ਪਰਿਵਾਰ ਵੇਖੋ ਕਿੱਡੀ ਚੜ੍ਹਦੀ ਕਲਾ ਦੇ ਵਿੱਚ ਹੈ ਕਿ ਜੈ ਸਿੰਘ ਹੋਰਾਂ ਦੀ ਜ਼ਿੰਦਗੀ ਇਸ ਸੰਘਰਸ਼ ਦੇ ਲੇਖੇ ਲੱਗੀ ਹੈ, ਤੇ ਉਹਨਾਂ ਦੇ ਵੱਡੇ ਭਰਾ ਸੁਖਵਿੰਦਰ ਸਿੰਘ ਜਿਹੜੇ ਨੇ ਉਹ ਟਿਕਰੀ ਬਾਰਡਰ ਤੇ ਮੋਰਚੇ ਤੇ ਫਿਰ ਡਟੇ ਹੋਏ ਨੇ। ਸੋ ਸੱਚਮੁੱਚ ਹੀ ਇਹਨਾਂ ਪਰਿਵਾਰਾਂ ਦੀ ਇਸ ਜਜ਼ਬੇ ਨੂੰ, ਇਹਨਾਂ ਦੀ ਕੁਰਬਾਨੀ ਨੂੰ, ਇਹਨਾਂ ਦੇ ਸੰਘਰਸ਼ ਲੜਨ ਦਾ ਜਿਹੜਾ ਚਾਅ ਆ ਮਨਾਂ ਦੇ ਵਿੱਚ, ਉਹਨੂੰ ਸਜਦਾ ਕਰਨਾ ਬਣਦਾ। ਤੇ ਆਪਾਂ ਜਿਵੇਂ ਵੀ ਜਿੱਥੇ ਵੀ ਬੈਠੇ ਹਾਂ, ਕਿਸੇ ਨਾ ਕਿਸੇ ਰੂਪ ਵਿੱਚ ਇਸ ਦੇ ਨਾਲ ਜ਼ਰੂਰ ਆਪਣਾ ਤਾਲਮੇਲ ਵਧਾਈਏ, ਤਾਂ ਕਿ ਇਹ ਸੰਘਰਸ਼ ਆਪਣੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਕੇ ਤੇ ਫਤਿਹ ਦੇ ਜਕਾਰੇ ਬੁਲਾਉਂਦੇ ਆਪਾਂ ਉੱਥੋਂ ਵਾਪਸ ਆ ਸਕੀਏ।